ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜਿਸ ਮੈਂ ਅੰਮ੍ਰਿਤ ਗਿਆਨ ਹੈ, ਵਾਹਿਗੁਰੂ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਹਉ ਆਇਆ ਦੂਰੋਂ ਚੱਲ ਕੇ, ਮੈਂ ਤਕੀ ਤੋ ਸਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜਿਉ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੁਖਾਉ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੋ ਸੁਧਰਾਏ ਸੋਜ ਤਰਭਾਵਹੁ, ਪਾਵਨ ਥਾਨ ਜੋ ਮੋਹਿ ਬਤਾਵਹੁ। ਸੁਨ ਦਿਜ ਤੇ ਸਤਿਗੁਰੂ ਵਿਚਾਰਾ, ਗਿਰ ਪਰਥਾਨ ਪ੍ਰਸੰਗ ਉਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸੰਧਿਆ ਦੇ ਸੁੰਦਰ ਦੀਵਾਨ ਬਖਸ਼ੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਾਂ ਇਤਿਹਾਸ ਸਰਵਣ ਕਰ ਰਹੇ ਹਾਂ। ਸਤਿਗੁਰਾਂ ਦੇ ਕੋਲ ਇੱਕ ਪੰਡਤ ਚੱਲ ਕੇ ਆਇਆ। ਪੰਡਤ ਦਾ ਨਾਮ ਹੈ ਕੇਸੋ ਦਾਸ। ਕਾਂਸ਼ੀ ਤੋਂ ਚੱਲ ਕੇ ਆਇਆ। ਮਹਾਰਾਜ, ਮੈਂ ਇੱਕ ਇਹੋ ਜਿਹਾ ਜੱਗ ਕਰਾਂਗਾ, ਇਹੋ ਜਿਹਾ ਹਵਨ ਕਰਾਂਗਾ, ਮੈਂ ਸ਼ਕਤੀ ਪ੍ਰਗਟ ਕਰ ਦੇਵਾਂਗਾ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਸ਼ਕਤੀ ਨਾਲ ਆਪਣੇ ਆਪ ਸਭ ਕੁਝ ਹੋਵੇਗਾ। ਸਤਿਗੁਰੂ ਜਾਣਦੇ ਨੇ ਵੀ ਹੋਣਾ ਤੇ ਕੁਝ ਨਹੀਂ ਹੈ, ਪਰ ਇਹ ਲੋਕ ਧਰਮ ਦੇ ਨਾਂ 'ਤੇ ਕਿੰਨਾ ਕੁ ਲੋਕਾਂ ਨੂੰ ਲੁੱਟਦੇ ਨੇ, ਉਹ ਵਿਖਾਉਣ ਵਾਸਤੇ ਮਹਾਰਾਜ ਨੇ ਇਹ ਖੇਡ ਰਚ ਦਿੱਤੀ। ਕਹਿਣ ਲੱਗੇ, ਠੀਕ ਹੈ, ਕਰੋ ਜੱਗ ਤੇ ਸ਼ਕਤੀ ਪ੍ਰਗਟ ਕਰੋ। ਇਸ ਮਹਾਨ ਪੰਡਤ ਨੇ ਬਹੁਤ ਜ਼ਿਆਦਾ ਸਮੱਗਰੀ ਮੰਗਵਾ ਲਈ ਹੈ ਔਰ ਆਪਣੀ ਫੀਸ 1.25 ਲੱਖ ਰੁਪਈਆ ਕਿ ਮਹਾਰਾਜ ਮੈਂ ਆਪਣੀ ਫੀਸ ਲਵਾਂਗਾ, ਦਛਨਾ ਲਵਾਂਗਾ। ਇਹ ਸਾਰੀਆਂ ਤਿਆਰੀਆਂ ਹੋ ਚੁੱਕੀਆਂ। ਜੱਗ ਵਾਸਤੇ ਕਿਹੜੀ ਜਗ੍ਹਾ ਲੱਭਦਾ, ਕਿੱਥੇ ਹਵਨ ਕਰਦਾ, ਕਿਹੜੇ ਕਿਹੜੇ ਪਖੰਡਾਂ ਦੀ ਗੱਲ ਕਰੇਗਾ, ਸਤਿਗੁਰੂ ਕੀ ਕੌਤਕ ਵਰਤਾਉਣਗੇ, ਉਹ ਆਪਾਂ ਅੱਜ ਸਰਵਨ ਕਰਾਂਗੇ। ਆਓ ਮਨ ਦਾ ਧਿਆਨ ਟਿਕਾਓ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ।
ਸਾਹਿਬ ਜੀ। ਸੋ ਸੁਧਰਾਏ ਸੌ ਜਿਤ ਰਭਾਵੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਆ ਕੇ ਕਹਿ ਰਿਹਾ, ਸਤਿਗੁਰੂ ਜੀ ਹੁਣ ਮੈਨੂੰ ਇੱਕ ਇਕਾਂਤ ਜਗ੍ਹਾ ਚਾਹੀਦੀ ਹੈ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ, ਮਨੁੱਖਾਂ ਦਾ ਜਿੱਥੇ ਆਉਣਾ ਜਾਣਾ ਨਾ ਹੋਵੇ। ਇਹੋ ਜਿਹੀ ਇਕਾਂਤ ਜਗ੍ਹਾ ਵੇਖ ਕੇ ਤੇ ਇਹ ਜਿੰਨੀ ਸਮੱਗਰੀ ਆਪਾਂ ਲੈ ਕੇ ਆਏ ਆ, ਜਿਹਦੇ ਵਿੱਚ ਬਦਾਮ ਦੀਆਂ ਗਿਰੀਆਂ ਨੇ, ਛੁਹਾਰੇ ਨੇ, ਕੇਸਰ ਹੈ, ਚੰਦਨ ਹੈ, ਕਈ ਤਰ੍ਹਾਂ ਦੇ ਅਨਾਜ ਨੇ, ਕਈ ਤਰ੍ਹਾਂ ਦਾ ਘਿਓ ਹੈ, ਇਹ ਸਾਰਾ ਕੁਝ ਉੱਥੇ ਪਹੁੰਚਾ ਦਿਓ ਜਿੱਥੇ ਮੈਂ ਹਵਨ ਕਰਨਾ ਹੈ। ਪਰ ਹਵਨ ਕਰਨ ਦੀ ਜਗ੍ਹਾ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣੀ ਹੈ, ਚੰਗੀ ਤਰ੍ਹਾਂ ਸੁਧਾਰ ਕੇ, ਪਰ ਜਿੱਥੇ ਇਕਾਂਤ ਹੋਵੇ ਉੱਥੇ ਜਾ ਕੇ ਇਹ ਸਮਾਨ ਰੱਖਣਾ ਕਰੋ। ਪਾਵਨ ਥਾਨ ਜੋ ਮੋਹਿ ਬਤਾਵੋ। ਮੈਨੂੰ ਦੱਸੋ ਵੀ ਇਹੋ ਜਿਹੀ ਜਗ੍ਹਾ ਕੋਈ ਹੈ ਜਿਹੜੀ ਜਗ੍ਹਾ ਵੀ ਪਵਿੱਤਰ ਹੋਵੇ, ਜਿੱਥੇ ਕੋਈ ਆਉਂਦਾ ਜਾਂਦਾ ਵੀ ਨਾ ਹੋਵੇ। ਇਹੋ ਜਿਹੀ ਜਗ੍ਹਾ ਮੈਨੂੰ ਦੱਸੋ ਮਹਾਰਾਜ, ਉੱਥੇ ਜਗ ਕਰਨਾ ਕਰੀਏ। ਸੁਨ ਦਿਜ ਤੇ ਸਤਿਗੁਰੂ ਵਿਚਾਰਾ। ਸਤਿਗੁਰੂ ਪਾਤਸ਼ਾਹ ਨੇ ਸੁਣੇ ਨਾ ਬਚਨ। ਗੁਰਮੁਖੋ, ਜਿਹਨੂੰ ਅੱਜ ਤੁਸੀਂ ਆਖਦੇ ਹੋ ਨਾ ਨੈਣਾ ਦੇਵੀ, ਅਨੰਦਪੁਰ ਸਾਹਿਬ ਦੇ ਨੇੜੇ ਇੱਕ ਬੜਾ ਉੱਚਾ ਪਹਾੜ ਹੈ, ਉੱਥੇ ਇੱਕ ਸ਼ਹਿਰ ਵਸਿਆ ਹੋਇਆ, ਉੱਥੇ ਇੱਕ ਮੰਦਿਰ ਵੀ ਬਣਿਆ ਹੋਇਆ ਤੇ ਨਾਮ ਰੱਖਿਆ ਗਿਆ ਨੈਣਾ ਦੇਵੀ ਮੰਦਿਰ। ਇਹ ਮੰਦਿਰ ਜਿਹੜਾ ਹੈ ਉਹ ਕਿਵੇਂ ਬਣਿਆ, ਕਾਰਨ ਕੀ ਹੈ? ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਵੇਖਿਆ, ਕਹਿਣ ਲੱਗੇ ਵੀ ਇੱਕ ਥਾਂ ਜਿਹੜੀ ਹੈ ਨਾ ਬੜੀ ਸੁੰਦਰ, ਉਸ ਥਾਂ ਨੂੰ ਉੱਚੀ ਪਹਾੜ ਦੀ ਚੋਟੀ ਤੇ ਇਹ ਜਗ੍ਹਾ ਜਿਹੜੀ ਬਣੀ ਹੋਈ ਹੈ। ਸੁਨ ਦਿਜ ਤੇ ਸਤਿਗੁਰੂ ਵਿਚਾਰਾ। ਸਤਿਗੁਰੂ ਪਾਤਸ਼ਾਹ ਜੀ ਉਸ ਵੇਲੇ ਵਿਚਾਰਦੇ ਹਨ, ਗਿਰ ਪ੍ਰਥਾਨ ਪ੍ਰਸੰਗ ਉਚਾਰਾ। ਪਹਾੜ ਦੀ ਚੋਟੀ ਤੇ ਇੱਕ ਉੱਚਾ ਥਾਂ ਬਣਿਆ ਹੋਇਆ, ਰੜਾ ਮੈਦਾਨ ਹੈ, ਉੱਥੇ ਕੁਝ ਨਹੀਂ, ਨਾ ਕੋਈ ਰਹਿਣ ਵਾਲਾ ਤੇ ਨਾ ਕੋਈ ਉੱਥੇ ਰਿਹਾਇਸ਼ ਹੈ, ਨਾ ਕੋਈ ਮੰਦਿਰ ਹੈ, ਨਾ ਕੋਈ ਸ਼ਹਿਰ, ਨਾ ਕੋਈ ਪਿੰਡ, ਨਾ ਕੋਈ ਘਰ। ਅਨੰਦਪੁਰ ਸਾਹਿਬ ਦੇ ਨੇੜੇ ਇੱਕ ਉੱਚਾ ਪਹਾੜ ਹੈ, ਉਹ ਜਗ ਕਰਨ ਵਾਸਤੇ, ਹਵਨ ਕਰਨ ਵਾਸਤੇ ਠੀਕ ਰਹੇਗਾ। ਕੁਸ਼ਕ ਸੈਲ ਪਰ ਰਾਹ ਕਰਹਿ। ਉੱਥੇ ਕੁਝ ਕੁ ਜ਼ਿਮੀਂਦਾਰਾਂ ਦੇ ਘਰ ਨੇ, ਜ਼ਿਮੀਂਦਾਰ ਕੋਈ ਥੋੜ੍ਹੀ ਬਹੁਤੀ ਜਿਨ੍ਹਾਂ ਦੀ ਉੱਥੇ ਕੋਈ ਜ਼ਮੀਨ ਹੈ, ਥੋੜ੍ਹਾ ਬਹੁਤਾ ਕੋਈ ਬਾਗ ਹੈ, ਇਹੋ ਜਿਹਾ ਕੁਝ ਕੁ ਉੱਥੇ ਲੋਕ ਰਹਿੰਦੇ ਹਨ। ਫਿਰ ਤਹਿ ਪਸ਼ੂ ਚਰਾਵਤ ਹੈ। ਤੇ ਉਹਨਾਂ ਨੇ ਉੱਥੇ ਪਸ਼ੂ ਰੱਖੇ ਹੋਏ ਨੇ। ਪਸ਼ੂ ਉੱਥੇ ਹਰਿਆਵਲ ਹੈ, ਪਹਾੜ ਦੇ ਉੱਪਰ ਘਾਹ ਉੱਗਿਆ ਹੋਇਆ, ਕਈ ਤਰ੍ਹਾਂ ਦੇ ਫੁੱਲ ਨੇ, ਪੱਤੇ ਨੇ, ਰੁੱਖ ਨੇ। ਉਹਨਾਂ ਨੇ ਭੇਡਾਂ ਬੱਕਰੀਆਂ ਵਗੈਰਾ ਰੱਖੀਆਂ ਨੇ, ਕੁਝ ਗਾਵਾਂ ਰੱਖੀਆਂ ਹੋਈਆਂ, ਤੇ ਉਹ ਕੁਝ ਨੇੜੇ ਦੇ ਜਿਹੜੇ ਜ਼ਿਮੀਂਦਾਰ ਨੇ ਆਪਣੀਆਂ ਭੇਡਾਂ ਲੈ ਆਉਂਦੇ, ਬੱਕਰੀਆਂ ਲੈ ਆਉਂਦੇ ਜਾਂ ਗਾਵਾਂ ਲੈ ਆਉਂਦੇ ਚਾਰਨ ਵਾਸਤੇ, ਉਸ ਪਹਾੜ ਦੇ ਉੱਪਰ ਚਾਰਨ ਜਾਂਦੇ ਹਨ। ਏਕ ਧੈਨ ਸੁੰਦਰ ਸਰਬੰਗ। ਕਹਿਣ ਲੱਗੇ ਵੀ ਉੱਥੇ ਕਈ ਤਰ੍ਹਾਂ ਦੀਆਂ ਗਊਆਂ ਜਿਹੜੀਆਂ ਨੇ ਘਾਹ ਚਰਦੀਆਂ ਵੇਖੀਆਂ ਹਨ। ਪਾਵਨ ਬਹੁ ਕਪਲਾ ਤਿਸ ਰੰਗ। ਇਹਨਾਂ ਗਾਵਾਂ ਦੇ ਰੰਗ ਕੋਈ ਕਾਲੀ ਹੈ, ਕੋਈ ਚਿੱਟੀ ਹੈ, ਕੋਈ ਲਾਖੀ ਹੈ, ਕਈ ਤਰ੍ਹਾਂ ਦੇ ਇਹਨਾਂ ਗਾਵਾਂ ਦੇ ਰੰਗ ਹਨ। ਹਰਤ ਹਰਤ ਤ੍ਰਿਣ ਚਰਤ ਇਹ ਉਚੇਰੇ। ਗਾਵਾਂ ਜਿਹੜੀਆਂ ਨੇ ਹਰਿਆ ਹਰਿਆ ਘਾਹ ਉੱਥੇ ਚਰਦੀਆਂ, ਜਿਸ ਨੂੰ ਅੱਜ ਨੈਣਾ ਦੇ ਦੇਵੀ ਦਾ ਮੰਦਿਰ ਆਖਿਆ ਜਾਂਦਾ ਹੈ। ਇੱਥੇ ਕੋਈ ਨੈਣਾ ਨਾਮ ਦੀ ਦੇਵੀ ਨਹੀਂ ਹੈ, ਇੱਥੇ ਇੱਕ ਨੈਣਾ ਨਾਮ ਦਾ ਗੁੱਜਰ ਰਹਿੰਦਾ ਹੈ। ਗੁੱਜਰ ਜਿਨ੍ਹਾਂ ਕੋਲ ਮੱਝਾਂ ਗਾਵਾਂ ਹੁੰਦੀਆਂ, ਗੁੱਜਰ ਦਾ ਨਾਮ ਹੈ ਨੈਣਾ ਗੁੱਜਰ। ਉਹ ਇੱਥੇ ਪਹਾੜੀ ਤੇ ਆ ਕੇ ਗਾਵਾਂ ਚਾਰਦਾ ਹੈ, ਮੱਝਾਂ ਚਾਰਦਾ ਹੈ, ਬੱਕਰੀਆਂ ਚਾਰਦਾ, ਕਿਉਂਕਿ ਇਸ ਪਹਾੜ ਦੇ ਉੱਪਰ ਬੜੀ ਸੋਹਣੀ ਹਰਿਆਵਲਤਾ ਵਾਲੀ ਜਗ੍ਹਾ ਹੈ, ਬੜਾ ਸੋਹਣਾ ਹਰਿਆ ਹਰਿਆ ਘਾਹ ਹੈ, ਜਿਸ ਨੂੰ ਪਸ਼ੂ ਬੜੇ ਖੁਸ਼ ਹੋ ਕੇ ਖਾਂਦੇ ਹਨ। ਫਿਰ ਕੇ ਸ਼ਿਖਰ ਜਾਏ ਇੱਕ ਮੇਰੇ। ਤੇ ਕਹਿਣ ਲੱਗੇ ਇਹ ਗਾਵਾਂ ਉਸ ਪਹਾੜ ਦੀ ਚੋਟੀ ਤੇ ਜਾ ਕੇ ਘਾਹ ਖਾਂਦੀਆਂ ਹਨ। ਸਭ ਥਲ ਪਰ ਥਿਰਹਵੈ ਕਰ ਰਹੇ। ਤੇ ਸਾਰੀਆਂ ਗਾਵਾਂ ਇਸ ਪਹਾੜ ਦੇ ਉੱਪਰ ਖਾ ਕੇ ਘਾਹ ਰੱਜ ਕੇ ਫਿਰ ਬੈਠ ਜਾਂਦੀਆਂ, ਕੁਝ ਸਮੇਂ ਵਾਸਤੇ ਆਰਾਮ ਕਰਦੀਆਂ ਹਨ। ਦੁਗਧ ਸ਼ਰਵਤ ਅਸਥਨ ਤੇ ਹੈ। ਪਰ ਘਾਹ ਦੇ ਵਿੱਚ ਇੰਨੀ ਤਾਕਤ ਹੈ, ਖੁਰਾਕ ਦੇ ਵਿੱਚ ਵੀ, ਕੁਝ ਗਾਵਾਂ ਐਸੀਆਂ ਨੇ ਜਿਨ੍ਹਾਂ ਦੇ ਥਣਾਂ ਵਿੱਚੋਂ ਆਪਣੇ ਆਪ ਹੀ ਦੁੱਧ ਚੋਣ ਲੱਗ ਪੈਂਦਾ। ਜਦੋਂ ਦੁੱਧ ਚੋਣ ਦਾ ਸਮਾਂ ਹੋ ਜਾਵੇ ਨਾ, ਪਸ਼ੂ ਨੂੰ ਨਾ ਚੋਇਆ ਜਾਵੇ, ਤੇ ਜਿਹੜੀਆਂ ਗਾਵਾਂ ਇਤਿਆਦਿਕ ਜਾਨਵਰ ਨੇ ਉਹਨਾਂ ਦੇ ਥਣਾਂ ਵਿੱਚੋਂ ਸੁਭਾਵਕ ਹੀ ਦੁੱਧ ਜਿਹੜਾ ਆਪਣੇ ਆਪ, ਜਦੋਂ ਉਹਨਾਂ ਦੇ ਹਵਾਨੇ ਭਰ ਜਾਂਦੇ ਨੇ, ਥਣ ਭਰ ਜਾਂਦੇ ਦੁੱਧ ਦੇ ਨਾਲ, ਤੇ ਉਹ ਫਿਰ ਆਪਣੇ ਆਪ ਦੁੱਧ ਥਣਾਂ ਵਿੱਚੋਂ ਚੋਣ ਲੱਗ ਪੈਂਦਾ। ਇਹ ਕੋਈ ਕਰਾਮਾਤ ਨਹੀਂ ਹੈ, ਕੋਈ ਸ਼ਕਤੀ ਨਹੀਂ ਹੈ। ਸੋ ਕਹਿਣ ਲੱਗੇ ਵੀ ਉਹ ਗਾਵਾਂ ਜਦੋਂ ਚਰਦੀਆਂ ਗੁਰਮੁਖੋ ਹਰਿਆ ਘਾਹ ਤੇ ਚੰਗੀ ਖੁਰਾਕ ਹੈ ਉਹਨਾਂ ਦੀ, ਤੇ ਉਹ ਜਦੋਂ ਦੁੱਧ ਦੇ ਨਾਲ ਉਹਨਾਂ ਦੇ ਹਵਾਨੇ ਭਰ ਜਾਂਦੇ,
ਥਣ ਭਰ ਜਾਂਦੇ ਤੇ ਕਈਆਂ ਗਾਵਾਂ ਦੇ ਥਣਾਂ ਵਿੱਚੋਂ ਆਪਣੇ ਆਪ ਦੁੱਧ ਚੋਂਦਾ ਹੈ। ਜੇਤ ਕਪੈ ਹੋਵਤ ਤਿਸ ਕੇਰਾ। ਸੋ ਕਹਿਣ ਲੱਗੇ ਜਿੰਨਾ ਕੁ ਦੁੱਧ ਇਹਨਾਂ ਗਾਵਾਂ ਨੂੰ ਚੋਣ ਵਾਸਤੇ ਇਹਨਾਂ ਨੇ ਦੇਣਾ ਹੈ, ਜਿੰਨਾ ਕੋਈ ਗਾਂ ਦੁੱਧ ਦਿੰਦੀ ਹੈ, ਸੀਚਤ ਹੈ ਸੋ ਥਾਨ ਭਲੇਰਾ। ਇਸ ਥਾਂ ਦੇ ਉੱਪਰ ਉਹ ਆਪਣੇ ਆਪ ਹੀ ਜਿਹੜਾ ਦੁੱਧ ਹੈ ਉਹ ਵਗ ਜਾਂਦਾ ਹੈ। ਸਾਰਾ ਦਿਨ ਘਾਹ ਚਰਦੀਆਂ ਤੇ ਜਦੋਂ ਦੁੱਧ ਦਾ ਸਮਾਂ ਹੋ ਜਾਂਦਾ ਫਿਰ ਇੱਥੇ ਕਈਆਂ ਦਾ ਦੁੱਧ ਵਗ ਜਾਂਦਾ ਹੈ। ਬਹੁਰ ਮਿਲੈ ਸਭ ਧੇਨਨ ਸੰਗ। ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਗਾਵਾਂ ਜਿਹੜੀਆਂ ਦੂਜੀਆਂ ਗਾਵਾਂ ਦੇ ਨਾਲ ਮਿਲ ਕੇ ਗੁਰਮੁਖੋ ਚਰਦੀਆਂ ਹਨ। ਵੈ ਸੰਧਿਆ ਤਜ ਸੈਲ ਉਤੰਗ। ਤੇ ਕਹਿਣ ਲੱਗੇ ਜਦੋਂ ਸ਼ਾਮ ਪੈ ਜਾਂਦੀ ਨਾ ਉਦੋਂ ਫਿਰ ਉਹ ਗੁਜਰ ਜਾਂਦਾ ਤੇ ਆਪਣੀਆਂ ਸਾਰੀਆਂ ਗਾਵਾਂ ਇਕੱਠੀਆਂ ਕਰਕੇ ਡੰਡੇ ਸੋਟੇ ਦੇ ਨਾਲ ਤੇ ਫਿਰ ਆਪਣੇ ਘਰ ਨੂੰ ਲੈ ਆਉਂਦਾ ਹੈ। ਚਲੇ ਆਵਤ ਪੁਨੇ ਆਪਣੇ ਧਾਮੂ। ਆਪਣੇ ਘਰੇ ਆ ਜਾਂਦਾ, ਆਪਣੀਆਂ ਗਾਵਾਂ ਨੂੰ ਸਾਰਾ ਦਿਨ ਚਾਰ ਕੇ। ਜਿਸ ਢਿਗ ਧੇਨ ਸੋ ਨੈਨਾ ਨਾਮੂ। ਗੁਰਮੁਖੋ ਇਹ ਬੰਦੇ ਦਾ ਨਾਮ ਹੈ ਨੈਣਾ। ਨੈਣਾ ਇੱਕ ਗੁੱਜਰ ਦਾ ਨਾਮ ਹੈ ਜਿਹੜਾ ਗਾਵਾਂ ਚਾਰਨ ਜਾਂਦਾ ਹੈ। ਉਹਦੇ ਨਾਮ ਤੋਂ ਪਹਾੜ ਦਾ ਨਾਮ ਵੀ ਨੈਣਾ ਪਹਾੜ ਪੈ ਗਿਆ, ਜਿੱਥੇ ਨੈਣਾ ਨਾਮ ਦਾ ਗੁੱਜਰ ਗਾਵਾਂ ਚਾਰਦਾ, ਮੱਝਾਂ ਚਾਰਦਾ, ਬੱਕਰੀਆਂ ਤੇ ਭੇਡਾਂ ਚਾਰਦਾ। ਇਹਦੀਆਂ ਗਾਵਾਂ ਹਰਿਆ ਘਾਹ ਖਾ ਕੇ ਕਈ ਵਾਰ ਰੱਜ ਜਾਂਦੀਆਂ, ਦੁੱਧ ਦਾ ਸਮਾਂ ਲੰਘ ਜਾਣ ਕਰਕੇ ਕਈ ਵਾਰ ਥਣਾਂ ਵਿੱਚੋਂ ਦੁੱਧ ਵਗਣ ਲੱਗ ਪੈਂਦਾ। ਕਹਿਣ ਲੱਗੇ ਵੀ ਐਸਾ ਇਹ ਜਿਹੜਾ ਗੁੱਜਰ ਹੈ ਇਹਦਾ ਨਾਮ ਹੈ ਗੁਰਮੁਖੋ ਨੈਣਾ ਗੁੱਜਰ ਤੇ ਇਹਦੀਆਂ ਗਾਵਾਂ ਇੱਥੇ ਚਰਦੀਆਂ। ਸਤਿਗੁਰਾਂ ਨੇ ਇਸ ਪਹਾੜ ਦੇ ਉੱਪਰ ਹਵਨ ਕਰਵਾਇਆ, ਜੱਗ ਕਰਵਾਇਆ। ਇਸ ਪਹਾੜ ਦੇ ਉੱਤੇ 10ਵੇਂ ਪਾਤਸ਼ਾਹ ਨੇ ਚਰਨ ਵੀ ਪਾਏ ਨੇ, ਆਪ ਵੀ ਮਹਾਰਾਜ ਉੱਥੇ ਗਏ। ਬਲਕਿ ਚਾਹੀਦਾ ਤੇ ਇਹ ਸੀ ਕਿ ਮਹਾਰਾਜ ਦੀ ਯਾਦ ਵਿੱਚ ਕੋਈ ਸੁੰਦਰ ਜਗ੍ਹਾ, ਕੋਈ ਗੁਰੂ ਘਰ ਬਣਿਆ ਹੁੰਦਾ, ਪਰ ਉਸ ਦੇ ਬਜਾਏ ਉੱਥੇ ਇੱਕ ਮੰਦਿਰ ਬਣ ਗਿਆ ਤੇ ਮੰਦਿਰ ਦਾ ਨਾਮ ਰੱਖ ਦਿੱਤਾ ਨੈਣਾ ਦੇਵੀ ਦਾ ਮੰਦਿਰ, ਦੇਵੀ ਬਣਾ ਦਿੱਤਾ। ਨੈਣਾ ਨਾਮ ਹੈ ਤੇ ਗੁੱਜਰ ਦਾ, ਵਿਅਕਤੀ ਦਾ, ਪਰ ਉਹਨੂੰ ਦੇਵੀ ਦੇ ਨਾਲ ਜੋੜ ਕੇ ਉਸ ਥਾਂ ਨੂੰ ਪੂਜਨੀਕ ਬਣਾ ਲਿਆ ਵੀ ਇੱਥੇ ਆ ਕੇ ਪੂਜਾ ਕਰੋ। ਹਿੰਦੂ ਧਾਰਮਿਕ ਗ੍ਰੰਥਾਂ ਦੇ ਵਿੱਚ ਇਸ ਨੈਣਾ ਦੇਵੀ ਦਾ ਕੋਈ ਇਤਿਹਾਸ ਨਹੀਂ ਮਿਲੇਗਾ, ਕਿਉਂਕਿ ਉਹਦਾ ਕੋਈ ਇਤਿਹਾਸ ਹੈ ਹੀ ਨਹੀਂ। ਪੁਰਾਣੇ ਗ੍ਰੰਥਾਂ ਵਿੱਚ ਬਾਕੀ ਮੰਦਰਾਂ ਦਾ, ਦੇਵੀਆਂ ਦਾ, ਦੇਵਤਿਆਂ ਦਾ, ਅਵਤਾਰਾਂ ਦਾ ਇਤਿਹਾਸ ਤੇ ਮਿਲੇਗਾ, ਪਰ ਇਸ ਜਗ੍ਹਾ ਦਾ ਇਤਿਹਾਸ ਕੋਈ ਨਹੀਂ ਮਿਲੇਗਾ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਰਹਿੰਦੇ ਨੇ ਉਸ ਵੇਲੇ ਪਹਾੜ ਤੇ ਕੋਈ ਨਹੀਂ ਰਹਿੰਦਾ, ਕੋਈ ਵਸੋਂ ਨਹੀਂ ਹੈ, ਕੇਵਲ ਗੁੱਜਰ ਲੋਕ ਜਿਹੜੇ ਨੇ ਉਹ ਗਾਵਾਂ ਚਾਰਨ ਵਾਸਤੇ, ਬੱਕਰੀਆਂ ਚਾਰਨ ਵਾਸਤੇ ਜਾਂਦੇ। ਕਹਿਣ ਲੱਗੇ ਨੈਣਾ ਨਾਮ ਦਾ ਜਿਹੜਾ ਗੁੱਜਰ ਹੈ ਇਹਦੀਆਂ ਗਾਵਾਂ ਜ਼ਿਆਦੀਆਂ ਨੇ, ਭੇਡਾਂ ਜ਼ਿਆਦੀਆਂ ਨੇ, ਇਹ ਵੱਡਾ ਇੱਥੋਂ ਦਾ ਕੋਈ ਜ਼ਿਮੀਂਦਾਰ ਹੋ ਸਕਦਾ, ਇਹ ਆਪਣੀਆਂ ਗਾਵਾਂ ਨੂੰ ਉੱਥੇ ਚਾਰਨ ਲੈ ਕੇ ਜਾਂਦਾ ਹੈ। ਸ਼ੋਭਨ ਲਗੇ ਬੈਠ ਕਰ ਤਰੇ। ਤੇ ਆਪਣੇ ਘਰੇ ਆ ਕੇ ਫਿਰ ਆਪਣੀਆਂ ਗਾਵਾਂ ਨੂੰ ਚੁੰਦਾ ਹੈ। ਅਸਤਨ ਸ਼ੂਸ਼ੇ ਹਿਰਨ ਕਰੇ। ਜਦੋਂ ਗਾਵਾਂ ਨੂੰ ਚੋਣ ਲੱਗਦਾ ਤੇ ਕੀ ਵੇਖਦਾ ਵੀ ਉਹਨਾਂ ਦੇ ਥਣ ਜਿਹੜੇ ਨੇ ਨਾ, ਕੁਝ ਦੁੱਧ ਜਿਹੜਾ ਉਹ ਰਸਤੇ ਵਿੱਚ ਵਗਿਆ ਆਪਣੇ ਆਪ ਤੇ ਉਹਨਾਂ ਗਾਵਾਂ ਦਾ ਦੁੱਧ ਘਟ ਜਾਂਦਾ ਹੈ। ਜਿੰਨਾ ਪਹਿਲਾਂ ਦੁੱਧ ਹੁੰਦਾ ਉਹਨਾਂ ਨਹੀਂ ਨਿਕਲਦਾ ਹੈ। ਕਾਰਨ ਕੋਇ ਨਾ ਮਨ ਮੈਂ ਪਾਇਓ। ਪਰ ਇਹ ਜਾਣਦਾ ਨਹੀਂ ਹੈ ਵੀ ਇਹ ਕਾਰਨ ਕੀ ਹੈ, ਦੁੱਧ ਕਿਉਂ ਚੋਂਦਾ ਹੈ। ਸਾਡੇ ਲੋਕ ਵਹਿਮ ਦੇ ਉੱਪਰ, ਭਰਮ ਦੇ ਉੱਪਰ ਬੜੀ ਛੇਤੀ ਯਕੀਨ ਕਰ ਲੈਂਦੇ। ਯੂਰਪ ਦੇ ਵਿੱਚ ਕੁਝ ਦੇਸ਼ ਇਹੋ ਜਿਹੇ ਨੇ ਜਿੱਥੇ ਕੇਵਲ ਗਾਵਾਂ ਦੇ ਦੁੱਧ ਦਾ ਹੀ ਕਾਰੋਬਾਰ ਹੁੰਦਾ, ਜਿਵੇਂ ਆਸਟ੍ਰੇਲੀਆ ਵਰਗੇ ਦੇਸ਼ ਨੇ, ਇਟਲੀ ਵਰਗੇ ਦੇਸ਼ ਨੇ, ਉੱਥੇ ਲੋਕਾਂ ਨੇ ਬਹੁਤ ਗਾਵਾਂ ਹਜ਼ਾਰਾਂ ਦੀ ਗਿਣਤੀ ਵਿੱਚ ਰੱਖੀਆਂ ਹੋਈਆਂ ਅਤੇ ਉਹ ਗਾਵਾਂ ਜਿਹੜੀਆਂ ਨੇ ਕਈ ਕਿਲੋ ਦੁੱਧ ਦਿੰਦੀਆਂ ਨੇ। ਉਹਨਾਂ ਦੀ ਖੁਰਾਕ ਬੜੀ ਜ਼ਿਆਦੀ ਹੈ ਤੇ ਜਦੋਂ ਉਹਨਾਂ ਗਾਵਾਂ ਨੂੰ ਚੋਣ ਦਾ ਸਮਾਂ ਆ ਜਾਂਦਾ ਹੈ, ਉਹਨਾਂ ਦੀ ਖੁਰਾਕ ਹੋਣ ਕਰਕੇ, ਦੁੱਧ ਜ਼ਿਆਦਾ ਭਰਨ ਕਰਕੇ ਤੇ ਉਹ ਦੁੱਧ ਆਪਣੇ ਆਪ ਚੋਣ ਲੱਗ ਪੈਂਦਾ, ਕੋਈ ਕਰਾਮਾਤ ਨਹੀਂ ਹੈ। ਪਰ ਸਾਡੇ ਲੋਕ ਇਸ ਗੱਲ ਨੂੰ ਕਰਾਮਾਤ ਨਾਲ ਜੋੜ ਦਿੰਦੇ, ਵੇਖੋ ਆਪਣੇ ਆਪ ਦੁੱਧ ਚੋਂਦਾ ਪਿਆ, ਨਿਕਲਦਾ ਪਿਆ। ਸੋ ਇਹ ਕਰਾਮਾਤ ਨਹੀਂ, ਇਹ ਤੇ ਇੱਕ ਪ੍ਰਕਿਰਿਆ ਹੈ। ਅੱਜ ਵੀ ਕਈਆਂ ਥਾਵਾਂ ਤੇ ਇਸ ਤਰ੍ਹਾਂ ਆਪਾਂ ਵੇਖ ਸਕਦੇ ਹਾਂ। ਰੋ ਵਿਚਾਰ ਕਹਿਣ ਲੱਗੇ ਵੀ ਇਹ ਜਿਹੜਾ ਗੁੱਜਰ ਹੈ ਨਾ, ਜਦੋਂ ਆਪਣੀ ਗਾਂ ਨੂੰ ਚੋਂਦਾ ਤੇ ਕੀ ਵੇਖਦਾ ਵੀ ਦੁੱਧ ਜਿਹੜਾ ਹੈ ਆਪਣੇ ਆਪ ਥਣਾਂ ਵਿੱਚੋਂ ਨਿਕਲ ਗਿਆ ਹੈ। ਕਿਨਹੂ ਨਿਕਾਸਿਓ ਪੈ ਬਿਸਮਾਇਓ। ਪਰ ਇਹਦੇ ਮਨ ਵਿੱਚ ਭਰਮ ਪੈਦਾ ਹੋ ਗਿਆ ਵੀ ਹੋ ਸਕਦਾ ਮੇਰੀ ਕੋਈ ਗਾਂ ਚੋ ਹੀ ਨਾ ਲੈਂਦਾ ਹੋਵੇ ਰਸਤੇ ਵਿੱਚ, ਜਾਂ ਪਹਾੜ ਤੇ ਕੋਈ ਚੋਰ ਵਗੈਰਾ ਮੇਰੀ ਗਾਂ ਨੂੰ ਚੋ ਕੇ, ਦੁੱਧ ਚੋ ਕੇ ਲੈਣਾ ਜਾਂਦਾ ਹੋਵੇ। ਦਿਵਸ ਆਗਲੇ ਤਿਮ ਹੀ ਹੋਈ। ਕਹਿਣ ਲੱਗੇ ਵੀ ਦੂਜੇ ਦਿਨ ਵੀ ਇਹਨੇ ਆਖਿਆ ਚਲ ਅੱਜ ਕੋਈ ਚੋ ਕੇ ਲੈ ਗਿਆ, ਜਾਂ ਕਿਸੇ ਬੱਚੇ ਨੇ ਪੀ ਲਿਆ ਹੋਵੇਗਾ।
ਦੂਜੇ ਦਿਨ ਵੀ ਇਸੇ ਤਰ੍ਹਾਂ ਹੀ ਹੋਇਆ। ਗਾਂ ਦੇ ਥਣਾ ਵਿੱਚੋਂ ਆਪਣੇ ਆਪ ਦੁੱਧ ਨਿਕਲ ਜਾਂਦਾ ਹੈ। ਜਿੰਨਾ ਦੁੱਧ ਉਹਨੂੰ ਦੇਣਾ ਚਾਹੀਦਾ ਉਦੋਂ ਘੱਟ ਦੁੱਧ ਪ੍ਰਾਪਤ ਹੁੰਦਾ ਹੈ। ਨੈਣੇ ਸ਼ੀਰ ਨਾ ਪਾਇਓ ਕੋਈ। ਤੇ ਉਸ ਵੇਲੇ ਇਹ ਗੁੱਜਰ ਸੋਚਦਾ ਵੀ ਇਹ ਹੁੰਦਾ ਕੀ ਹੈ, ਦੁੱਧ ਆਪਣੇ ਆਪ ਕਿਉਂ ਜਾਂਦਾ, ਕਾਰਨ ਕੀ ਹੈ। ਬੂਝ ਰਹਿਓ ਕਿਨਹੂ ਨਾ ਬਤਾਇਓ। ਇਸ ਨੇ ਪੁੱਛਿਆ ਕਈ ਬੰਦਿਆਂ ਨੂੰ ਵੀ ਭਾਈ ਕਿਸੇ ਨੇ ਮੇਰੀ ਗਾਂ ਨੂੰ ਚੋਇਆ ਹੈ ਜਾਂ ਕੀ ਕਾਰਨ ਹੈ, ਮੈਨੂੰ ਦੱਸਣਾ ਕਰੋ। ਬੂਝ ਰਹਿਓ ਕਿਛ ਭੇਵ ਨਾ ਪਾਇਓ। ਕਈਆਂ ਨੂੰ ਪੁੱਛਿਆ ਪਰ ਪਤਾ ਕੋਈ ਨਹੀਂ ਲੱਗਾ। ਜਦੋਂ ਕਈਆਂ ਤੋਂ ਪੁੱਛਿਆ ਨਾ ਜਾਣਕਾਰੀ ਲਈ, ਕੋਈ ਜਾਣਕਾਰੀ ਨਹੀਂ ਮਿਲੀ ਹੈ। ਸੋਰੀ ਧੇਨ ਪ੍ਰਭਾਤੀ ਕਾਲ। ਕਹਿਣ ਲੱਗੇ ਵੀ ਉਸ ਵੇਲੇ ਅਗਲਾ ਦਿਨ ਆ ਗਿਆ, ਤੀਜਾ ਚੌਥਾ ਦਿਨ ਆ ਗਿਆ। ਅੱਜ ਇਹਨੇ ਗਾਵਾਂ ਆਪਣੇ ਘਰੋਂ ਛੱਡੀਆਂ, ਚਾਰਨ ਵਾਸਤੇ ਤੋਰੀਆਂ ਹਨ। ਸ਼ੱਕੈ ਚਲਿਓ ਪਿਖਨ ਹਿਤ ਨਾਲ। ਪਰ ਅੱਜ ਇਹ ਨਾਲ ਚੱਲ ਪਿਆ, ਡੰਡਾ ਲੈ ਕੇ ਨਾ ਮਗਰ ਮਗਰ ਹੌਲੀ ਹੌਲੀ ਲੁਕਦਾ ਲੁਕਦਾ ਛਿਪਦਾ ਛਿਪਦਾ। ਮੈਂ ਵੇਖਦਾ ਜਾ ਕੇ ਮੇਰੀ ਗਾਂ ਨੂੰ ਕੌਣ ਚੋਂਦਾ ਹੈ। ਗਾਵਾਂ ਪਹਿਲਾਂ ਭੇਜ ਦਿੱਤੀਆਂ ਚਰਨ ਵਾਸਤੇ, ਘਾਹ ਖਾਣ ਵਾਸਤੇ। ਆਪ ਮਗਰ ਮਗਰ ਇਹ ਗੁੱਜਰ, ਨੈਣਾ ਇਹਦਾ ਨਾਮ ਹੈ, ਇਹ ਡੰਡਾ ਲੈ ਕੇ ਆਪ ਮਗਰ ਛੁਪ ਕੇ ਚੱਲਿਆ ਹੈ। ਦੂਰ ਦੂਰ ਸੋ ਦੇਖਤ ਰਹਿਓ। ਦੂਰ ਜਾ ਕੇ ਜਿੱਥੋਂ ਦਿਸਦਾ ਪਿਆ ਨਾ ਵੀ ਮੇਰੀ ਉਹ ਸਾਹਮਣੇ ਗਾਵਾਂ ਚਰਦੀਆਂ ਪਈਆਂ, ਨੇੜੇ ਨਹੀਂ ਗਿਆ, ਦੂਰ ਕਿਤੇ ਲੁਕਿਆ ਜਾ ਕੇ। ਦੂਰੋਂ ਵੇਖਣਾ, ਫੜਨਾ ਉਸ ਵਿਅਕਤੀ ਨੂੰ ਜਿਹੜਾ ਮੇਰੀ ਗਾਂ ਚੋਂਦਾ। ਇਹ ਗੁੱਜਰ ਛੁਪ ਕੇ ਦੂਰੋਂ ਲੁਕ ਲੁਕ ਕੇ ਦੇਖਦਾ ਹੈ। ਤੀਨ ਪਹਿਰ ਲਗ ਨਹਿ ਕਛ ਲਹਿ। ਕਹਿਣ ਲੱਗੇ ਵੀ 3 ਪਹਿਰ 9 ਘੰਟੇ ਵੇਂਦਾ ਰਿਹਾ। ਸਵੇਰੇ ਕਿਤੇ 6 ਵਜੇ ਤੋਂ ਗਾਵਾਂ ਛੱਡੀਆਂ, 9 ਵੱਜ ਗਏ, 12 ਵੱਜ ਗਏ, 3 ਵੱਜ ਗਏ ਸ਼ਾਮ ਦੇ। ਲੁੱਕ ਕੇ ਬੈਠਾ ਰਿਹਾ, ਹੁਣ ਕੋਈ ਆਵੇਗਾ ਚੋਣ ਵਾਲਾ, ਹੁਣ ਕੋਈ ਆਵੇਗਾ ਚੋਣ ਵਾਲਾ। ਮੈਂ ਲੱਭਣਾ ਹੈ ਮੇਰੀ ਗਾਂ ਨੂੰ ਕਿਹਨੇ ਚੋਇਆ ਹੈ। ਲੱਭਦਾ ਪਿਆ ਪਰ 3 ਪਹਿਰ ਤੱਕ ਕਿਸੇ ਨੇ ਗਾਂ ਚੋਣ ਵਾਸਤੇ ਕੋਈ ਨਹੀਂ ਆਇਆ ਹੈ। 4 ਘੜੀ ਦਿਨ ਜਬਹੂ ਜਾਨਾ। ਜਦੋਂ 4 ਘੜੀਆਂ ਦਿਨ ਰਹਿ ਗਿਆ, 4 ਘੜੀਆਂ ਦਾ ਸਮਾਂ ਜਦੋਂ ਦਿਨ ਦਾ ਰਹਿ ਗਿਆ, 1.5 ਘੰਟੇ ਦਾ ਦਿਨ ਰਹਿ ਗਿਆ। ਆਪਾਂ ਕਹਿ ਲਈਏ ਵੀ ਸ਼ਾਮ ਦੇ 5 ਵੱਜ ਗਏ ਹੋਣਗੇ, 4:30 ਹੋ ਗਏ ਹੋਣਗੇ। ਜਦੋਂ ਇੰਨਾ ਕੁ ਦਿਨ ਰਹਿ ਗਿਆ, ਸ਼ਾਮ ਦਾ ਇੰਨਾ ਕੁ ਸਮਾਂ ਹੋ ਗਿਆ ਹੈ। ਪਹੁੰਚੀ ਸੁਰਬੀ ਤਾਹੇ ਸਥਾਨਾ। ਤੇ ਕਹਿਣ ਲੱਗੇ ਵੀ ਉਹੀ ਗੱਲ ਹੋਈ, ਗਾਂ ਦੇ ਦੁੱਧ ਚੋਣ ਦਾ ਸਮਾਂ। ਉਹ ਸਾਰਾ ਦਿਨ ਘਾਹ ਖਾਂਦੀ ਹੈ, ਘਾਹ ਖਾ ਖਾ ਕੇ ਦੁੱਧ ਜੁੜਦਾ ਜਾਂਦਾ ਰੋਜ਼ ਦੇ ਵਾਂਗ। ਇਹ ਜਿਹੜੀ ਗਾਂ ਹੈ ਜਦੋਂ ਘਾਹ ਖਾ ਲੈਂਦੀ ਫਿਰ ਬਾਅਦ ਦੇ ਵਿੱਚ ਉੱਪਰ ਖਰੀ ਸ਼ਰਵੇ ਤਨ ਤਵੇ। ਤੇ ਕਹਿਣ ਲੱਗੇ ਵੀ ਇਹਦੇ ਥਣਾ ਵਿੱਚੋਂ ਆਪਣੇ ਆਪ ਦੁੱਧ ਜਿਹੜਾ ਸੀ ਉਹ ਚੋਣ ਲੱਗ ਪਿਆ। ਥਣਾ ਵਿੱਚੋਂ ਆਪਣੇ ਆਪ ਦੁੱਧ ਜਾਂਦਾ ਹੈ। ਨਿਕਸਿਓ ਦੁਗਧ ਸੀਂਚ ਥਲ ਸਭੈ। ਤੇ ਕਹਿਣ ਲੱਗੇ ਵੀ ਉਹ ਦੁੱਧ ਆਪਣੇ ਆਪ ਥਣਾ ਵਿੱਚੋਂ ਜਾਂਦਾ ਹੈ। ਇਹ ਸਾਰਾ ਦੁੱਧ ਥੱਲੇ ਧਰਤੀ ਤੇ ਡੁੱਲ ਜਾਂਦਾ ਹੈ। ਤੀਨ ਪ੍ਰਕਰਮਾ ਫਿਰ ਕਰ ਕਰੇ। ਫਿਰ ਇਹ ਗਾਂ ਜਿਹੜੀ ਹੈ, ਇਹ ਗਾਵਾਂ ਜਿਹੜੀਆਂ ਨੇ ਆਪਣੀ ਮਰਜ਼ੀ ਨਾਲ ਹੀ ਉੱਥੇ ਚਰਦੀਆਂ, ਚਰ ਕੇ ਘਾਹ ਖਾ ਕੇ ਫਿਰ ਵਾਪਸ ਆ ਜਾਂਦੀਆਂ ਹਨ। ਸੀਸ ਨਿਵਾਏ ਸਦਨ ਕੌਫਰੀ। ਤੇ ਇਸ ਤਰ੍ਹਾਂ ਇਹ ਗਾਵਾਂ ਆਪਣੇ ਆਪ ਜਿਹੜੇ ਚਾਰਨ ਵਾਲੇ ਨੌਕਰ ਨੇ ਇਕੱਠੀਆਂ ਕਰਕੇ ਘਰ ਲੈ ਆਉਂਦੇ ਹਨ। ਹੁਣ ਨੈਣਾ ਗਮਨਿਓ ਤਿਸਥਾਨਾ। ਕਹਿਣ ਲੱਗੇ ਵੀ ਇਹ ਨੈਣਾ ਗੁੱਜਰ ਲੋਕੇ ਵੇਹਦਾ ਰਿਹਾ, ਮੇਰੀ ਗਾਂ ਨੂੰ ਕੌਣ ਚੋਣ ਆਉਂਦਾ, ਕੌਣ ਚੋਣ ਆਉਂਦਾ। ਸਾਰਾ ਦਿਨ ਲੁਕਿਆ ਰਿਹਾ, ਵੇਖਦਾ ਰਿਹਾ, ਪਰ ਗਾਂ ਤੇ ਕਿਸੇ ਨੇ ਨਹੀਂ ਚੋਈ ਹੈ। ਕੀ ਵੇਖਦਾ ਵੀ ਗਾਵਾਂ ਦੇ ਥਣਾ ਵਿੱਚੋਂ ਆਪਣੇ ਆਪ ਦੁੱਧ ਵਗਣ ਲੱਗ ਪੈਂਦਾ। ਗਾਵਾਂ ਰੱਜ ਜਾਂਦੀਆਂ ਘਾਹ ਖਾ ਕੇ, ਉਹਨਾਂ ਦੇ ਥਣਾ ਵਿੱਚ ਦੁੱਧ ਵਗਦਾ ਵੇਖਦਾ ਹੈ। ਅਵਲੋਕਤ ਮਨ ਭਇਓ ਹਰਨ। ਤੇ ਕਹਿਣ ਲੱਗੇ ਵੀ ਜਦੋਂ ਇਹਨੇ ਵੇਖਿਆ ਉਸ ਵੇਲੇ ਸਮਝਿਆ, ਜਾਣਿਆ, ਹੈਰਾਨ ਹੋ ਗਿਆ ਵੀ ਇਹ ਆਪਣੇ ਆਪ ਦੁੱਧ ਵਿੱਚੋਂ ਨਿਕਲਦਾ ਹੈ। ਨਮੋ ਕੀਨ ਘਰ ਕੋ ਚਲ ਆਇਓ। ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਸਾਰਾ ਕੁਝ ਵੇਖ ਕੇ, ਨਹੀਂ ਚੋਰ ਕੋਈ ਨਹੀਂ ਹੈ, ਕੋਈ ਦੁੱਧ ਚੋਣ ਵਾਲਾ ਨਹੀਂ ਹੈ, ਕੋਈ ਦੁੱਧ ਮੇਰਾ ਚੋਂਦਾ ਨਹੀਂ ਹੈ, ਤੇ ਆਪਣੇ ਆਪ ਥਣਾ ਵਿੱਚੋਂ ਜਾਂਦਾ ਹੈ। ਇਹ ਗੱਲ ਵੇਖ ਕੇ ਘਰ ਨੂੰ ਆ ਗਿਆ ਹੈ। ਬੁੱਧ ਬੰਤਨ ਕੇ ਨਿਕਟ ਬਤਾਇਓ। ਤੇ ਕਹਿਣ ਲੱਗੇ ਵੀ ਉਸ ਵੇਲੇ ਲੋਕਾਂ ਨੂੰ ਦੱਸਿਆ ਇਹਨੇ ਕਿ ਮੇਰੀਆਂ ਗਾਵਾਂ ਚਰਦੀਆਂ ਨੇ ਤੇ ਉਹਨਾਂ ਦੇ ਥਣਾ ਵਿੱਚੋਂ ਦੁੱਧ ਨਿਕਲਦਾ। ਕਈਆਂ ਨੂੰ ਗੱਲ ਆਖੀ ਹੈ, ਸ਼ਕਤਵੰਤ ਸੂਥਾਨ ਪਛਾਨ। ਕਈਆਂ ਨੇ ਆਖਿਆ ਵੀ ਨੈਣੇ ਨਾਮ ਦੇ ਗੁੱਜਰ ਵੀ ਇਹ ਤੇ ਇੱਕ ਸੁਭਾਵਿਕ ਪ੍ਰਕਿਰਿਆ ਹੈ। ਜਦੋਂ ਗਾਂ ਰੱਜ ਜਾਂਦੀ ਹੈ, ਚੰਗਾ ਵੰਡ ਵਡੇਵਾ ਖਾ ਕੇ, ਚੰਗੀ ਖੁਰਾਕ ਘਾਹ ਖਾ ਕੇ, ਉਹਦੇ ਥਣਾ ਵਿੱਚ ਦੁੱਧ ਜਮ੍ਹਾਂ ਹੋ ਜਾਂਦਾ, ਹਵਾਨੇ ਵਿੱਚ ਦੁੱਧ ਜਮ੍ਹਾਂ ਹੋ ਜਾਂਦਾ ਹੈ। ਜਦੋਂ ਦੁੱਧ ਦਾ ਪ੍ਰੈਸ਼ਰ ਪੈਂਦਾ ਆਪਣੇ ਆਪ ਥਣਾ ਵਿੱਚੋਂ ਵਗ ਪੈਂਦਾ ਹੈ। ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਤੇ ਕੁਝ ਜਿਹੜੇ ਵਹਿਮ ਵਾਲੇ ਲੋਕ ਸਨ, ਉਹਨਾਂ ਨੇ ਵਹਿਮ ਵੀ ਪਾ ਦਿੱਤਾ ਵੀ ਇਹ ਤੇ ਕੋਈ ਭਰਮ ਵਾਲੀ ਗੱਲ ਹੈ। ਕੋਈ ਭੂਤ ਆ ਜਾਂਦਾ ਦੁੱਧ ਕੱਢ ਕੇ ਲੈ ਜਾਂਦਾ, ਕੋਈ ਦੇਵਤਾ ਆ ਜਾਂਦਾ ਉਹ ਦੁੱਧ ਪੀ ਜਾਂਦਾ, ਜਾਂ ਇਹ ਥਾਂ ਹੀ ਇਹੋ ਜਿਹਾ, ਇੱਥੇ ਬੜੀ ਕਰਾਮਾਤ ਹੈ। ਕਈ ਤਰ੍ਹਾਂ ਦੇ ਲੋਕ ਜਿਹੜੇ ਨੇ ਆਪੋ ਆਪਣੀ ਸਲਾਹ ਦਿੰਦੇ ਹਨ। ਨੈਣੇ ਤਵੇ ਸੁਧਾਰਨ ਥਾਨਾ। ਉਸ ਵੇਲੇ ਨੈਣੇ ਗੁੱਜਰ ਨੇ
ਚੰਗੇ ਤਰੀਕੇ ਦੇ ਨਾਲ ਫਿਰ ਸਾਰਿਆਂ ਦੀ ਵਿਚਾਰ ਸੁਣੀ ਹੈ। ਜਾਨ ਚੰਡਕਾ ਤਹਾਂ ਮਨਾਈ। ਤੇ ਕਹਿਣ ਲੱਗੇ ਵੀ ਉਸ ਵੇਲੇ ਇਹ ਜਿਹੜਾ ਹੈ ਇਹਦੇ ਮਨ ਚੋਂ ਭੁਲੇਖਾ ਨਿਕਲ ਗਿਆ, ਭਰਮ ਚਲੇ ਗਿਆ ਵੀ ਨਹੀਂ ਮੇਰੇ ਮਨ ਦਾ ਭਰਮ ਹੈ, ਕੋਈ ਗੱਲ ਨਹੀਂ ਹੈ। ਜਨ ਲਗੇ ਲੋਕ ਸਮਨਾਈ। ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਜਿਹੜਾ ਥਾਂ ਹੈ ਨਾ ਨੈਣਾ ਦੇਵੀ ਜਿਸ ਨੂੰ ਕਹਿੰਦੇ ਨੇ, ਨੈਣਾ ਨਾਮ ਦਾ ਗੁਰਮੁਖੋ ਗੁੱਜਰ ਹੈ, ਉਹਦੀਆਂ ਗਾਵਾਂ ਇੱਥੇ ਚਰਦੀਆਂ ਸਨ ਤੇ ਉਹ ਪਹਾੜ ਦਾ ਨਾਮ ਵੀ ਨੈਣੇ ਗੁੱਜਰ ਦਾ ਪਹਾੜ ਬਣ ਗਿਆ। ਜਿਸ ਵੇਲੇ ਮਹਾਰਾਜ ਨੇ ਇੱਥੇ ਜੱਗ ਕਰਵਾਇਆ, ਹਵਨ ਕਰਵਾਇਆ, ਹਵਨ ਦੇ ਵਿੱਚੋਂ ਕੋਈ ਸ਼ਕਤੀ ਪੈਦਾ ਨਹੀਂ ਹੋਈ। ਉਸ ਵੇਲੇ ਮਹਾਰਾਜ ਨੇ ਆਖਿਆ ਸੀ ਜਿੰਨੀ ਸਮੱਗਰੀ ਬਚੀ ਆ, ਜਿੰਨਾ ਘਿਓ ਬਚਿਆ ਚੁੱਕ ਕੇ ਅੱਗ ਵਿੱਚ ਸੁੱਟ ਦਿਓ। ਤੇ ਸਿੱਖਾਂ ਨੇ ਸੁੱਟਿਆ ਤੇ ਉਹ ਬੜੀਆਂ ਲੰਮੀਆਂ ਲੰਮੀਆਂ ਲਾਟਾਂ ਅੱਗ ਦੀਆਂ ਨਿਕਲੀਆਂ। ਤੇ ਉਹ ਜਿਹੜੇ ਪੰਡਤ ਸਨ ਕੇਸੋ ਦਾਸ ਵਰਗੇ ਜਿਹੜੇ ਜੱਗ ਕਰਦੇ ਪਏ, ਹਵਨ ਕਰਦੇ ਪਏ, ਹੋਇਆ ਤੇ ਇਹਨਾਂ ਕੋਲੋਂ ਕੁਝ ਨਹੀਂ, ਜਾਣ ਬੁੱਝ ਕੇ ਲੋਕਾਂ ਵਿੱਚ ਰੌਲਾ ਪਾ ਦਿੱਤਾ, ਵੇਖੋ ਜੀ ਸ਼ਕਤੀ ਪ੍ਰਗਟ ਹੋ ਗਈ ਹੈ। ਇਸ ਤਰ੍ਹਾਂ ਝੂਠ ਨੂੰ ਪ੍ਰਚਾਰਿਆ ਗਿਆ ਤੇ ਹੌਲੀ ਹੌਲੀ ਉਹ ਜਗ੍ਹਾ ਜਿਹੜੀ ਹੈ ਉਹ ਮੰਦਿਰ ਦਾ ਰੂਪ ਬਣ ਗਈ ਤੇ ਮੰਦਿਰ ਤੋਂ ਹੌਲੀ ਹੌਲੀ ਫਿਰ ਉਹ ਅੱਗੇ ਲੋਕਾਂ ਵਿੱਚ ਉਹਦਾ ਪ੍ਰਚਾਰ ਕੀਤਾ ਗਿਆ। ਜਿਵੇਂ ਸਾਡੇ ਕੁਝ ਲੋਕ ਮਣੀਕਰਨ ਨਾਮ ਦੇ ਇੱਕ ਸਥਾਨ ਤੇ ਜਾਂਦੇ ਨੇ। ਮਣੀਕਰਨ ਦਾ ਸਥਾਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਲ ਬਿਲਕੁਲ ਵੀ ਕੋਈ ਮਿਲਦਾ ਜੁਲਦਾ ਨਹੀਂ। ਕੇਵਲ ਸੁਭਾਵਕ ਹੀ ਕੁਦਰਤੀ ਤੌਰ ਤੇ ਉੱਥੋਂ ਇੱਕ ਗਰਮ ਪਾਣੀ ਦਾ ਚਸ਼ਮਾ ਨਿਕਲਦਾ, ਉਹ ਤੇ ਕਈਆਂ ਥਾਵਾਂ ਤੋਂ ਨਿਕਲਦਾ। ਹੁਣ ਜਿੱਥੋਂ ਜਿੱਥੋਂ ਗਰਮ ਪਾਣੀ ਦੇ ਚਸ਼ਮੇ ਨਿਕਲਦੇ, ਇਹਦਾ ਭਾਵ ਇਹ ਥੋੜ੍ਹੀ ਹੈ ਵੀ ਉੱਥੇ ਗੁਰੂ ਨਾਨਕ ਦੇਵ ਵੀ ਪਾਤਸ਼ਾਹ ਗਏ ਸਨ। ਪਹਿਲਾਂ ਕੁਝ ਲੋਕਾਂ ਨੇ ਉੱਥੇ ਮੰਦਿਰ ਬਣਾਏ। ਜਦੋਂ ਮੰਦਿਰ ਵਿੱਚ ਲੋਕ ਨਹੀਂ ਗਏ ਤੇ ਫਿਰ ਉਸ ਨੂੰ ਧਾਰਮਿਕ ਦਿੱਖ ਬਦਲ ਕੇ ਉੱਥੇ ਫਿਰ ਗੁਰਦੁਆਰੇ ਪੈਦਾ ਕੀਤੇ, ਸਾਖੀ ਬਣਾ ਦਿੱਤੀ। ਇੱਥੇ ਗੁਰੂ ਨਾਨਕ ਦੇਵ ਆਏ ਸਨ, ਚੌਲ ਰਿੰਨੇ ਸਨ। ਅੱਜ ਵੀ ਜਿਹੜੇ ਲੋਕ ਮਣੀਕਰਨ ਜਾ ਕੇ ਆਏ ਨੇ ਉਹਨਾਂ ਨੇ ਵੇਖਿਆ ਹੋਵੇਗਾ ਉੱਥੇ ਮੰਦਿਰ ਵੀ ਬਣੇ ਹੋਏ ਨੇ, ਗੁਰਦੁਆਰਾ ਵੀ ਬਣਿਆ ਹੋਇਆ। ਮੰਦਿਰ ਵਾਲੇ ਤੇ ਬਹੁਤੇ ਨਹੀਂ ਗਏ ਪਰ ਗੁਰਦੁਆਰੇ ਵਾਲੇ ਬਹੁਤ ਜਾਂਦੇ ਭਰ ਭਰ ਕੇ ਬੱਸ ਦੇ ਵਿੱਚ। ਇੱਕ ਧਾਰਮਿਕ ਧੰਦਾ ਹੈ, ਬਿਜ਼ਨਸ ਹੈ ਕਿ ਇਸ ਤਰੀਕੇ ਨਾਲ ਲੋਕਾਂ ਨੂੰ ਬੁਲਾਇਆ ਜਾਵੇ ਤੇ ਉਸ ਮਾਇਆ ਨੂੰ ਖਾਇਆ ਜਾਵੇ। ਐਸੀਆਂ ਕਈ ਜਗ੍ਹਾ ਨੇ ਜਿਨ੍ਹਾਂ ਨੂੰ ਕੇਵਲ ਭਰਮ ਦੇ ਵਿੱਚ ਵਰਤ ਕੇ ਧਾਰਮਿਕ ਰੰਗ ਚਾੜ ਕੇ ਵਰਤਿਆ ਗਿਆ। ਮਣੀਕਰਨ ਦਾ ਵੀ ਕੋਈ ਇਤਿਹਾਸ ਕਿਸੇ ਗ੍ਰੰਥ ਵਿੱਚੋਂ ਨਹੀਂ ਮਿਲੇਗਾ। ਗੁਰੂ ਨਾਨਕ ਦੇਵ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ ਨੇ, 4 ਉਦਾਸੀਆਂ ਵਿੱਚੋਂ ਕਿਸੇ ਉਦਾਸੀ ਵਿੱਚ ਜ਼ਿਕਰ ਨਹੀਂ ਆਇਆ ਕਿ ਮਹਾਰਾਜ ਉੱਥੇ ਗਏ ਨੇ। ਕੇਵਲ ਬਣਾਇਆ ਗਿਆ ਹੈ, ਮਨ ਘੜਤ ਕਹਾਣੀ ਬਣਾਈ ਗਈ ਹੈ, ਸਾਖੀ ਬਣਾਈ ਗਈ ਹੈ। ਜਿਨ੍ਹਾਂ ਨੇ ਸਾਖੀ ਸੁਣਾਈ ਹੈ ਉਹਨਾਂ ਨੂੰ ਲੱਖਾਂ ਰੁਪਈਏ ਦਿੱਤੇ ਗਏ ਸਾਖੀ ਸੁਣਾਉਣ ਵਾਸਤੇ। ਇਸੇ ਤਰ੍ਹਾਂ ਹੀ ਗੁਰਮੁਖੋ ਇਹ ਜਗ੍ਹਾ ਜਿਹਦਾ ਆਪਾਂ ਇਤਿਹਾਸ ਸਰਵਣ ਕਰਦੇ ਪਏ, ਇਹ ਜਗ੍ਹਾ ਹੈ ਨਹੀਂ, ਇਹ ਬਣਾਈ ਗਈ ਹੈ ਦੁਨੀਆ ਵਿੱਚ ਪ੍ਰਚਾਰ ਕਰਕੇ। ਇਸ ਨੈਣਾ ਦੇਵੀ ਦਾ ਜਿਹੜਾ ਮੰਦਿਰ ਤੁਸੀਂ ਆਖਦੇ ਹੋ ਉਹਦਾ ਇਹ ਇਤਿਹਾਸ ਹੈ, ਗ੍ਰੰਥਾਂ ਵਿੱਚ ਇਹਦਾ ਹਵਾਲਾ ਜ਼ਿਕਰ ਹੈ, ਪਰ ਦੇਵੀ ਉੱਥੇ ਪ੍ਰਗਟ ਹੋਈ ਹੈ, ਆਈ ਹੈ, ਇਹਦਾ ਕੋਈ ਇਤਿਹਾਸ ਕਿਸੇ ਗ੍ਰੰਥ ਵਿੱਚੋਂ ਇਹਦਾ ਕੋਈ ਪ੍ਰਮਾਣ ਨਹੀਂ ਮਿਲਦਾ। ਸੋ ਇਹ ਨੈਣਾ ਨਾਮ ਦਾ ਇੱਕ ਗੁੱਜਰ ਹੈ ਜਿਹਦੀਆਂ ਗਾਵਾਂ ਇੱਥੇ ਚਰਨ ਵਾਸਤੇ ਜਾਂਦੀਆਂ ਹਨ। ਜਨਨ ਕਾਮਨਾ ਪੂਰਨ ਕਰੈ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਜਿਹੜੀ ਸਾਰੀ ਸਾਖੀ ਆਪਾਂ ਸਰਵਣ ਕੀਤੀ ਹੈ, ਜਥਾ ਭਾਵਨਾ ਤੇ ਸਥਲ ਧਰੈ। ਤੇ ਕਹਿਣ ਲੱਗੇ ਵੀ ਇਹ ਜਗ੍ਹਾ ਬੜੀ ਉੱਚੀ ਹੈ, ਬੜੀ ਸਾਫ਼ ਹੈ ਔਰ ਬੜੀ ਸ਼ੋਰ ਸ਼ਰਾਬੇ ਤੋਂ ਰਹਿਤ ਹੈ। ਗਿਰਨ ਬ੍ਰਿੰਦ ਮਹਿ ਗਿਰ ਸੇ ਉੱਚੇ। ਇੱਥੇ ਹੋਰ ਵੀ ਕਈ ਪਹਾੜ ਨੇ ਪਰ ਬਹੁਤਿਆਂ ਪਹਾੜਾਂ ਤੋਂ ਇਹ ਜਿਹੜਾ ਪਹਾੜ ਹੈ ਨੈਣੇ ਦਾ ਟਿੱਲਾ ਜਿਸ ਨੂੰ ਆਖਿਆ ਜਾਂਦਾ ਇਹ ਸਭ ਤੋਂ ਉੱਚਾ ਹੈ। ਬਿਖਮ ਪੰਥ ਤੇ ਹੋਵੇ ਨਾ ਪਹੁੰਚੇ। ਇਹਦਾ ਰਸਤਾ ਬੜਾ ਔਖਾ ਹੈ। ਅੱਜ ਭਾਵੇਂ ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਹੈ, ਕਿੰਨੇ ਸਾਡੇ ਕੋਲ ਔਜ਼ਾਰ ਬਣ ਗਏ ਨੇ, ਰਾਹ ਬਣਾਉਣ ਵਾਲੇ ਮਸ਼ੀਨਾਂ ਬਣ ਗਈਆਂ, ਅੱਜ ਵੀ ਉਹਦੇ ਉੱਪਰ ਚੜ੍ਹਨਾ ਔਖਾ ਹੈ। ਤੇ ਉਹਨਾਂ ਸਮਿਆਂ ਵਿੱਚ ਤੇ ਪੱਗ ਡੰਡੀਆਂ ਹੀ ਹੁੰਦੀਆਂ ਸਨ, ਪਹਾੜਾਂ ਦੇ ਵਿੱਚ ਚੜ੍ਹ ਕੇ ਜਾਣਾ ਬੜਾ ਔਖਾ। ਸਤਿਗੁਰੂ ਨੂੰ ਸਿੱਖ ਦੱਸਦੇ ਪਏ ਮਹਾਰਾਜ ਇੱਥੇ ਇੱਕ ਪਹਾੜ ਹੈ ਬੜਾ ਉੱਚਾ, ਨੈਣੇ ਗੁੱਜਰ ਦੀਆਂ ਉੱਥੇ ਗਾਵਾਂ ਚਰਦੀਆਂ ਨੇ, ਉੱਥੇ ਕੋਈ ਬੰਦਾ ਆਉਂਦਾ ਜਾਂਦਾ ਨਹੀਂ, ਬੜੀ ਸ਼ਾਂਤੀ ਹੈ। ਪੰਡਤ ਆਖਦਾ ਹੈ ਵੀ ਮੈਨੂੰ ਇਕਾਂਤ ਜਗ੍ਹਾ ਚਾਹੀਦੀ ਹੈ ਜਿੱਥੇ ਕੋਈ ਆਵੇ ਜਾਵੇ ਨਾ, ਮੈਨੂੰ ਕੋਈ ਡਿਸਟਰਬ ਨਾ ਕਰੇ, ਤੇ ਮੈਂ ਉੱਥੇ ਜੱਗ ਕਰਾਂਗਾ, ਉੱਥੇ ਮੰਤਰ ਪੜਾਂਗਾ। ਮਹਾਰਾਜ ਇਹ ਜਿਹੜੀ ਪਹਾੜ ਦੀ ਚੋਟੀ ਹੈ ਨਾ, ਇੱਥੇ ਨਹੀਂ ਜੇ ਕੋਈ ਜਾਂਦਾ, ਰਾਹ ਬੜਾ ਔਖਾ ਜਾਣ ਵਾਸਤੇ, ਇੱਥੇ ਜੱਗ ਕਰਨਾ ਹਵਨ ਕਰਨਾ ਠੀਕ ਹੈ। ਪਾਵਨ ਮਹਾ ਇਕੰਤ ਭਲੇਰਾ। ਇਹ ਬੜਾ ਹੀ ਚੰਗੀ ਜਗ੍ਹਾ ਹੈ ਔਰ ਇਕਾਂਤ
ਇਕਾਂਤ ਜਿੱਥੇ ਕੋਈ ਨਹੀਂ ਆਉਂਦਾ ਇਸ ਹੈ। ਕਾਰਜ ਕੋ ਨੀਕੋ ਹੇਰਾ। ਇਸ ਕੰਮ ਵਾਸਤੇ ਜਿਹੜਾ ਆਪਾਂ ਹਵਨ ਕਰਨਾ ਨਾ, ਇਹ ਪੰਡਤ ਕੇਸੋ ਦਾਸ ਨੇ ਜਿਹੜਾ ਹਵਨ ਕਰਾਉਣਾ ਕਰਨਾ, ਇਸ ਕੰਮ ਵਾਸਤੇ ਜਗ੍ਹਾ ਬਿਲਕੁਲ ਸਹੀ ਹੈ। ਚਲੋ ਪ੍ਰਾਤ ਕੋ ਹਿਰਨ ਕਰੀਏ। ਸਤਿਗੁਰੂ ਪਾਤਸ਼ਾਹ ਜੀ ਚਲੋ ਸਵੇਰੇ ਤੁਸੀਂ ਵੀ ਦੇਖ ਆਇਓ, ਤੇ ਨਾਲ ਉਸ ਪੰਡਤ ਨੂੰ ਵੀ ਆਖਿਆ, ਕਹਿਣ ਲੱਗੇ ਪੰਡਤ ਜੀ ਤੁਸੀਂ ਆਖਿਆ ਵੀ ਹਵਨ ਜਗ ਕਰਨ ਵਾਸਤੇ ਮੈਨੂੰ ਇਕਾਂਤ ਜਗ੍ਹਾ ਚਾਹੀਦੀ ਹੈ, ਇਕਾਂਤ ਜਗ੍ਹਾ ਸਾਡੇ ਕੋਲ ਹੈ, ਚਲੋ ਤੁਹਾਨੂੰ ਕੱਲ ਨੂੰ ਵਿਖਾ ਕੇ ਲਿਆਈਏ। ਹੁਣ ਸੁਧਾਰਵੇ ਹੇਤ ਉਚਰੀਏ। ਜੇ ਤੁਸੀਂ ਇਹ ਕਹੋਗੇ ਵੀ ਠੀਕ ਹੈ, ਸਤਿਗੁਰੂ ਜਾਣੀ ਜਾਣ ਨੇ ਅੰਤਰਜਾਮੀ ਪੁਰਖ ਵਿਧਾਤੇ ਨੇ ਮਹਾਰਾਜ ਜੀ, ਪਰ ਸਾਰੀ ਗੱਲ ਮਹਾਰਾਜ ਨੇ ਕੇਸੋ ਦਾਸ ਪੰਡਤ ਤੇ ਸੁੱਟੀ ਹੋਈ ਹੈ। ਕੱਲ ਨੂੰ ਇਹ ਨਾ ਕਵੇ ਵੀ ਆਹ ਕੰਮ ਮੇਰੀ ਮਰਜ਼ੀ ਤੋਂ ਬਿਨਾਂ ਹੋਇਆ ਹੈ, ਇਹ ਹਵਨ ਤਾਂ ਨਹੀਂ ਸਫਲਾ ਹੋਇਆ, ਇਹਨੂੰ ਬਹਾਨਾ ਨਾ ਮਿਲੇ। ਸਤਿਗੁਰੂ ਕਹਿਣ ਲੱਗੇ ਕੱਲ ਨੂੰ ਨਾਲ ਚੱਲ ਸਾਡੇ ਸਿੱਖਾਂ ਦੇ, ਕੇਸੋ ਦਾਸ ਜਾ ਕੇ ਆਪ ਜਗ੍ਹਾ ਵੇਖ ਲਾ ਵੀ ਠੀਕ ਹੈ ਤੇਰੇ ਹਵਨ ਕਰਨ ਵਾਸਤੇ, ਵੇਖਣਾ ਕਰ। ਸੁਨ ਕੇਸ਼ਵ ਨੀਕੇ ਮਨ ਮਾਨੇ। ਜਿਹੜਾ ਕੇਸ਼ਵ ਹੈ ਨਾ, ਕੇਸ਼ਵ ਤੋਂ ਭਾਵ ਕੇਸੋ ਦਾਸ ਪੰਡਤ ਨੇ ਸੁਣੀਆਂ ਗੱਲਾਂ, ਕਹਿਣ ਲੱਗਾ ਠੀਕ ਹੈ ਮਹਾਰਾਜ ਮੈਂ ਕੱਲ ਨੂੰ ਤੁਹਾਡੇ ਨਾਲ ਚੱਲਾਂਗਾ। ਭਲੀ ਬਾਤ ਇਮ ਕਹਿ ਕਰਬਾਨੀ। ਇਹ ਚੰਗੀ ਗੱਲ ਹੈ, ਮੈਂ ਕੱਲ ਨੂੰ ਜਾਵਾਂਗਾ, ਆਪਣੇ ਸਿੱਖ ਮੇਰੇ ਨਾਲ ਭੇਜਿਓ, ਮੈਂ ਉਹ ਵੇਖ ਕੇ ਆਵਾਂਗਾ ਪਹਾੜ ਕਿੱਥੇ ਹੈ, ਕਿੰਨੀ ਕੁ ਇਕਾਂਤ ਹੈ, ਕੀ ਉੱਥੇ ਹਵਨ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ, ਇਹ ਮੈਂ ਕੱਲ ਨੂੰ ਚੱਲ ਕੇ ਦੇਖਾਂਗਾ। ਇਸ ਪਾਇਓ ਗਇਓ ਨਿਜ ਡੇਰੇ। ਸਤਿਗੁਰੂ ਕਹਿਣ ਲੱਗੇ ਠੀਕ ਹੈ ਚਲੋ ਕੱਲ ਨੂੰ ਫਿਰ ਇਹ ਕੰਮ ਪੂਰਾ ਕਰਾਂਗੇ। ਤੇ ਫਿਰ ਇਸ ਪੰਡਤ ਨੇ ਕੇਸੋ ਦਾਸ ਨੇ ਆਖਿਆ ਮਹਾਰਾਜ ਫਿਰ ਆਗਿਆ ਦਿਓ, ਮੈਂ ਆਪਣੇ ਜਾ ਕੇ ਤੰਬੂ ਦੇ ਵਿੱਚ ਆਰਾਮ ਕਰਨਾ ਕਰਾਂ। ਚਿਤਵਤ ਦੇਵੀ ਕਾਜ ਬਡੇਰੇ। ਤੇ ਚਲਾ ਗਿਆ ਪੰਡਤ ਮਹਾਰਾਜ ਦੀ ਆਗਿਆ ਲੈ ਕੇ, ਆਪਣੇ ਬਹਿ ਕੇ ਤੰਬੂ ਦੇ ਵਿੱਚ ਜਿੱਥੇ ਇਹਦਾ ਟਿਕਾਣਾ ਹੈ, ਸੋਚਣ ਲੱਗ ਪਿਆ ਵੀ ਹੁਣ ਅੱਗੇ ਕੀ ਕੀ ਕਰਨਾ ਹੈ। ਅਗਲੀ ਪ੍ਰਾਤ ਭਈ ਜਬ ਆਏ। ਸੋ ਗੁਰਮੁਖੋ ਉਹ ਦਿਨ ਆ ਗਿਆ ਜਿਹੜਾ ਦਿਨ ਮੁਕਰਰ ਕੀਤਾ ਹੋਇਆ ਨਾ ਵੀ ਕੱਲ ਨੂੰ ਆਪਾਂ ਚੱਲਾਂਗੇ, ਉਹ ਕੱਲ ਵਾਲਾ ਦਿਨ ਆ ਗਿਆ, ਰਾਤ ਲੰਘ ਗਈ, ਉਹ ਦਿਨ ਆ ਗਿਆ ਜਦੋਂ ਉਹ ਜਗ੍ਹਾ ਵੇਖਣ ਵਾਸਤੇ ਜਾਣਾ ਹੈ। ਗਏ ਗੁਰੂ ਦਿਜਲੀਨ ਬੁਲਾਏ। ਤੇ ਸਤਿਗੁਰੂ ਪਾਤਸ਼ਾਹ ਨੇ ਸਿੱਖ ਭੇਜੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਪੰਡਤ ਨੂੰ ਬੁਲਾਇਆ, ਕਹਿਣ ਲੱਗੇ ਚਲੋ ਪੰਡਤ ਜੀ ਕੱਲ ਤੁਹਾਨੂੰ ਕਿਹਾ ਸੀ ਨਾ ਵੀ ਆਪਾਂ ਚੱਲਾਂਗੇ, ਤੇ ਚਲੋ ਫਿਰ ਚੱਲਣਾ ਕਰੀਏ। ਸਨੇ ਸਨੇ ਪਰਬਤ ਪਰ ਚੜੇ। ਸਤਿਗੁਰਾਂ ਦੇ ਨਾਲ ਇਹ ਪੰਡਤ ਜਿਹੜਾ ਹੌਲੀ ਹੌਲੀ ਸਿੱਖਾਂ ਨੂੰ ਨਾਲ ਲੈ ਕੇ ਉਹ ਪਹਾੜੀ ਨੂੰ ਚੜ੍ਹਦੇ ਜਾਂਦੇ। ਆਨੰਦਪੁਰ ਸਾਹਿਬ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਇਹ ਉੱਚਾ ਪਹਾੜ ਹੈ। ਉਸ ਵੇਲੇ ਪਗਡੰਡੀਆਂ ਬਣੀਆਂ ਹੋਣਗੀਆਂ, ਛੋਟੇ ਛੋਟੇ ਪੈਦਲ ਚੱਲਣ ਵਾਲੇ ਰਸਤੇ, ਉਹਨਾਂ ਰਸਤਿਆਂ ਦੇ ਵਿੱਚੋਂ ਦੀ ਇਹ ਜਿਹੜਾ ਕੇਸ਼ੋ ਦਾਸ ਹੈ ਉੱਪਰ ਨੂੰ ਚੜ੍ਹਦਾ ਜਾਂਦਾ ਹੈ। ਸਥਾਨ ਦੇਖ ਔਰ ਆਨੰਦ ਵੱਡੇ। ਤੇ ਜਦੋਂ ਚੜ੍ਹ ਗਿਆ ਨਾ, ਉਹਦੀ ਟੀਸੀ ਦੇ ਉੱਪਰ ਚਲੇ ਗਿਆ, ਉੱਪਰ ਪਰਬਤ ਦੇ ਪਹੁੰਚ ਗਿਆ, ਵੇਖਿਆ ਜਾ ਕੇ ਪੰਡਤ ਨੇ ਮਾਹੌਲ ਚਾਲ ਇੱਥੋਂ ਦਾ, ਚਾਰ ਸਫੇਰਾ ਦੇਖਿਆ, ਇਹਨੂੰ ਬੜਾ ਚੰਗਾ ਲੱਗਾ, ਕਹਿਣ ਲੱਗਾ ਵੀ ਜਗ੍ਹਾ ਬੜੀ ਸੋਹਣੀ, ਇਕਾਂਤ ਵੀ ਇੱਥੇ ਕੋਈ ਆਉਂਦਾ ਜਾਂਦਾ ਨਹੀਂ, ਜਗ੍ਹਾ ਵੀ ਬੜੀ ਚੌੜੀ ਹੈ, ਬੜੀ ਹਰਿਆਵਲਤਾਈ ਹੈ। ਪੰਡਤ ਨੂੰ ਜਗ੍ਹਾ ਬੜੀ ਚੰਗੀ ਲੱਗੀ, ਕਹਿਣ ਲੱਗਾ ਵੀ ਮਹਾਰਾਜ ਆ ਥਾਂ ਤੇ ਬਹੁਤ ਚੰਗਾ ਹੈ। ਕਰ ਪਸੰਦ ਸੋ ਥਾਨ ਮਹਾਨਾ। ਇਹਨੇ ਥਾਂ ਪਸੰਦ ਕਰ ਲਿਆ, ਇਹਨੇ ਹਾਮੀ ਭਰ ਦਿੱਤੀ, ਕਹਿਣ ਲੱਗਾ ਮਹਾਰਾਜ ਵੀ ਇਹ ਜਗ੍ਹਾ ਮੈਨੂੰ ਠੀਕ ਲੱਗੀ, ਮੇਰੇ ਵੱਲੋਂ ਇਹ ਜਗ੍ਹਾ ਪਾਸ ਹੈ, ਮਹਾਰਾਜ ਇਹਨੂੰ ਸੁਧਾਰੋ, ਸਿੱਖਾਂ ਨੂੰ ਕਹਿ ਕੇ ਇਹਨਾਂ ਦੀ ਸਾਫ਼ ਸਫਾਈ ਕਰੋ, ਜੋ ਵੀ ਇੱਥੇ ਘਾਹ ਬੂਟਾ ਲੱਗਿਆ ਹੋਇਆ ਵੱਢ ਕੱਟ ਕੇ ਚੰਗੀ ਤਰ੍ਹਾਂ ਖੋਦ ਕੇ ਕਹੀ ਦੇ ਨਾਲ ਤੇ ਇਹਨੂੰ ਸਾਫ਼ ਕਰਕੇ ਪਾਣੀ ਵਗੈਰਾ ਛਿੜਕ ਕੇ ਚੰਗੀ ਤਰ੍ਹਾਂ ਇੱਥੇ ਵਿਛਾਈਆਂ ਕਰਵਾਓ, ਤੰਬੂ ਲਵਾ ਦਿਓ, ਸਾਰੀ ਮਹਾਰਾਜ ਤਿਆਰੀ ਇੱਥੇ ਕਰਨਾ ਕਰੋ। ਅਰਖਤ ਕੇਸ਼ੋ ਦਾਸ ਬਖਾਨਾ। ਤੇ ਇਹ ਜਿਹੜਾ ਕੇਸੋ ਦਾਸ ਪੰਡਤ ਦਾ ਨਾਮ ਹੈ, ਜਗ੍ਹਾ ਵੇਖ ਕੇ ਬੜਾ ਖੁਸ਼ ਹੋ ਕੇ ਕਹਿਣ ਲੱਗਾ ਹੈ, ਭਲੋ ਸਥਨ ਹੋ ਮਨ ਕੋ ਪਾਇਓ। ਕਹਿਣ ਲੱਗਾ ਵੀ ਇਹ ਥਾਂ ਬੜੀ ਚੰਗੀ ਹੈ ਤੇ ਮੈਨੂੰ ਇਹ ਥਾਂ ਬੜੀ ਚੰਗੀ ਲੱਗੀ ਹੈ। ਜਿਸ ਤੇ ਮਮ ਅਸ ਨਿਸ਼ਚੈ ਆਇਓ। ਸੋ ਮੇਰੇ ਮਨ ਵਿੱਚ ਨਿਸ਼ਚਾ ਬਣ ਗਿਆ। ਗੁਰਮੁਖੋ ਗੁਰਬਿਲਾਸ ਵਾਲਾ ਜਿਹੜਾ ਗ੍ਰੰਥ ਹੈ ਨਾ, ਉਹਨਾਂ ਨੇ ਲਿਖਿਆ ਵੀ ਇਹ ਪੰਡਤ ਨੇ ਪਹਿਲਾਂ ਹਵਨ ਜਿਹੜਾ ਸੀ ਸਤਲੁਜ ਦਰਿਆ ਦੇ ਕੰਢੇ ਸ਼ੁਰੂ ਕਰਵਾਇਆ। ਮੀਂਹ ਪੈਣ ਦੇ ਨਾਲ ਦਰਿਆ ਦਾ ਪਾਣੀ ਚੜ੍ਹਿਆ, ਜਿੱਥੇ ਬੈਠਾ ਹਵਨ ਕਰਦਾ ਸੀ ਉੱਥੇ ਪਾਣੀ ਭਰਨ ਦੇ ਨਾਲ ਇਹਦਾ ਹਵਨ ਜਿਹੜਾ ਸੀ ਉਹ ਵਿੱਚੇ ਰਹਿ ਗਿਆ, ਸਫਲ ਨਹੀਂ ਹੋਇਆ। ਫਿਰ ਇਹ ਮਹਾਰਾਜ ਦੇ ਕੋਲ ਗਿਆ, ਮਹਾਰਾਜ ਕੋਈ ਇਹੋ ਜਿਹੀ ਜਗ੍ਹਾ ਲੱਭੀ ਹੈ ਜਿਹੜੀ ਉੱਚੀ ਹੋਵੇ, ਜੇ ਮੀਂਹ ਪਵੇ ਤੇ ਪਾਣੀ ਉੱਥੋਂ ਤੱਕ ਜਾਵੇ ਹੀ ਨਾ ਉੱਥੇ ਕੋਈ ਬੰਦਾ ਆਉਂਦਾ ਜਾਂਦਾ ਹੋਵੇ, ਬੜੀ ਇਕਾਂਤ ਜਗ੍ਹਾ ਹੋਵੇ। ਜਦੋਂ ਦੂਜੀ ਵਾਰੀ ਸਤਿਗੁਰਾਂ ਦੇ ਕੋਲ ਗਿਆ ਤੇ ਮਹਾਰਾਜ ਨੇ ਸਿੱਖਾਂ ਨੂੰ ਆਖਿਆ, ਸਤਿਗੁਰੂ ਕਹਿਣ ਲੱਗੇ ਵੇਖੋ ਕੋਈ ਇਹੋ ਜਿਹੀ ਜਗ੍ਹਾ,
ਤੇ ਸਿੱਖਾਂ ਨੇ ਆ ਕੇ ਦੱਸਿਆ, ਕਹਿਣ ਲੱਗੇ ਮਹਾਰਾਜ ਵੀ ਇੱਥੇ ਉੱਚਾ ਇੱਕ ਪਹਾੜ ਹੈ, ਨੈਣੇ ਨਾਮ ਗੁੱਜਰ ਦੀਆਂ ਉੱਥੇ ਗਾਵਾਂ ਚਰਦੀਆਂ ਨੇ, ਨੈਣਾ ਗੁੱਜਰ ਹੈ, ਉਹਦੀਆਂ ਗਾਵਾਂ ਉੱਥੇ ਚਾਰਦੀਆਂ ਜਾਂਦੀਆਂ ਨੇ, ਬਾਕੀ ਉਹ ਪਹਾੜ ਵਿਹਲਾ, ਉੱਥੇ ਰਹਿੰਦਾ ਜਾਂਦਾ ਕੋਈ ਨਹੀਂ ਹੈ। ਤੇ ਸਤਿਗੁਰਾਂ ਨੇ ਆਖਿਆ ਠੀਕ ਹੈ, ਇੱਥੇ ਫਿਰ ਹੁਣ ਮੀਂਹ ਦੇ ਪਾਣੀ ਦਾ ਵੀ ਡਰ ਨਹੀਂ ਹੋਵੇਗਾ, ਦਰਿਆ ਦੇ ਪਾਣੀ ਦਾ ਵੀ ਡਰ ਨਹੀਂ ਹੋਵੇਗਾ। ਤੇ ਫਿਰ ਦੁਬਾਰਾ ਇਸ ਪਹਾੜ ਦੇ ਉੱਪਰ ਦੁਬਾਰਾ ਫਿਰ ਜੱਗ ਆਰੰਭ ਕਰਵਾਇਆ, ਹਵਨ ਆਰੰਭ ਕਰਵਾਇਆ। ਉਹਨਾਂ ਨੇ 2 ਵਾਰੀ ਬਚਨ ਲਿਖਿਆ ਵੀ ਇੱਕ ਵਾਰੀ ਥੱਲੇ ਦਰਿਆ ਦੇ ਕਿਨਾਰੇ, ਦੂਜੀ ਵਾਰੀ ਪਹਾੜ ਦੀ ਚੋਟੀ ਦੇ ਉੱਪਰ। ਪਰ ਜਿਸ ਗ੍ਰੰਥ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ, ਇਹਦੇ ਵਿੱਚ ਦਰਿਆ ਦਾ ਕੋਈ ਬਹੁਤਾ ਜ਼ਿਕਰ ਨਹੀਂ ਆਇਆ, ਕੇਵਲ ਪਹਾੜ ਦੀ ਚੋਟੀ ਦੀ ਗੱਲ ਆਈ ਹੈ ਵੀ ਉਸ ਜਗ੍ਹਾ ਦੇ ਉੱਪਰ ਇਹ ਸਾਰਾ ਕੁਝ ਕੀਤਾ ਜਾ ਰਿਹਾ। ਇਹ ਪੰਡਤ ਕਹਿ ਰਿਹਾ, ਕਹਿਣ ਲੱਗਾ ਵੀ ਜਗ੍ਹਾ ਵੇਖ ਕੇ ਮੈਨੂੰ ਬੜੀ ਚੰਗੀ ਲੱਗੀ ਹੈ, ਬੜੀ ਪਸੰਦ ਆਈ ਹੈ, ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਸ ਤੇ ਮਮ ਅਸ ਨਿਸ਼ਚੈ ਆਇਓ। ਮੇਰੇ ਮਨ ਵਿੱਚ ਨਿਸ਼ਚਾ ਆ ਗਿਆ, ਮੇਰੇ ਮਨ ਵਿੱਚ ਭਰੋਸਾ ਆ ਗਿਆ, ਮੈਨੂੰ ਬਿਲਕੁਲ ਪੂਰਾ ਯਕੀਨ ਹੋ ਗਿਆ ਹੈ। ਹੋਏ ਬਿਦਤ ਜਗਦੰਬਾ ਜੈਸੇ। ਇੱਥੇ ਹੁਣ ਜਿਹੜੀ ਜਗਦੰਬਾ ਮਾਈ ਹੈ ਨਾ, ਜਗਦੰਬਾ ਦੇਵੀ, ਉਹ ਪ੍ਰਗਟ ਹੋਵੇਗੀ, ਜਿਸ ਨੂੰ ਜਵਾਲਾ ਕਿਹਾ ਜਾਂਦਾ, ਜਿਸ ਨੂੰ ਦੁਰਗਾ ਕਿਹਾ ਜਾਂਦਾ, ਜਿਸ ਨੂੰ ਚੰਡਕਾ ਕਿਹਾ ਜਾਂਦਾ, ਵੱਖ-ਵੱਖ ਨਾਮ ਨੇ। ਇਹ ਪੰਡਤ ਆਸ਼ਵਾਸਨ ਦੇ ਰਿਹਾ, ਭਰੋਸਾ ਦੇ ਰਿਹਾ, ਯਕੀਨ ਦੇ ਰਿਹਾ, ਕਹਿਣ ਲੱਗਾ ਵੀ ਇਹ ਜਗ੍ਹਾ ਮੈਨੂੰ ਪਸੰਦ ਆਈ ਹੈ, ਮੈਂ ਹੁਣ ਇੱਥੇ ਹਵਨ ਕਰਾਂਗਾ, ਔਰ ਮੈਨੂੰ ਯਕੀਨ ਹੈ ਵੀ ਦੇਵੀ ਜ਼ਰੂਰ ਪ੍ਰਗਟ ਹੋਵੇਗੀ। ਇਹ ਮੇਰੀ ਆਪਣੇ ਮਨ ਦੀ ਵਿਚਾਰ ਹੈ। ਸਕਲ ਸਮਾਜ ਮਿਲਤ ਹੈ ਐਸੇ। ਤੇ ਜਦੋਂ ਕੋਈ ਕੰਮ ਹੋਣਾ ਹੋਵੇ ਨਾ ਚੰਗਾ, ਉਦੋਂ ਆਪਣੇ ਆਪ ਹੀ ਸਾਰੇ ਬਹਾਨੇ ਬਣ ਜਾਂਦੇ। ਜਦੋਂ ਕੋਈ ਕੰਮ ਬਣਨਾ ਹੈ ਨਾ, ਤੁਹਾਡੇ ਕਰਮ ਸਿੱਧੇ ਨੇ, ਸਾਰੀ ਪ੍ਰਕਿਰਤੀ ਜਿਹੜੀ ਹੈ ਉਹ ਤੁਹਾਡੀ ਮਦਦ ਵਾਸਤੇ ਲੱਗ ਜਾਂਦੀ ਹੈ, ਆਪਣੇ ਆਪ ਕੰਮ ਬਣ ਜਾਂਦੇ। ਤੇ ਜਦੋਂ ਕਰਮ ਉਲਟਾ ਹੋਵੇ ਨਾ, ਉਦੋਂ ਬਣਿਆ ਹੋਇਆ ਕੰਮ ਜਾਂ ਸਾਹਮਣੇ ਪਿਆ ਧਨ ਵੀ ਹੱਥੀ ਨਹੀਂ ਲੱਗਦਾ। ਕੋਈ ਵਿਅਕਤੀ ਤੁਰਿਆ ਜਾ ਰਿਹਾ, ਉਹਦਾ ਕਰਮ ਇਹੋ ਜਿਹਾ ਬਣ ਗਿਆ ਵੀ ਧਨ ਉਹਦੇ ਸਾਹਮਣੇ ਆ ਗਿਆ, ਪਰ ਕਰਮ ਨਾਲ ਇਹੋ ਜਿਹਾ ਵੀ ਹੈ ਵੀ ਧਨ ਲੈ ਨਹੀਂ ਸਕਦਾ, ਸਾਹਮਣੇ ਆ ਗਿਆ। ਤੁਰਿਆ ਜਾਂਦੇ ਜਾਂਦੇ ਦੇ ਮਨ ਵਿੱਚ ਵਿਚਾਰ ਆਈ, ਕਹਿਣ ਲੱਗਾ ਅੰਨੇ ਲੋਕ ਪਤਾ ਨਹੀਂ ਅੱਖਾਂ ਬੰਦ ਕਰਕੇ ਕਿਵੇਂ ਤੁਰਦੇ ਨੇ, ਮੈਂ ਵੀ ਅੱਜ ਅੱਖਾਂ ਬੰਦ ਕਰਕੇ ਤੁਰ ਕੇ ਵੇਖਾਂ। ਅੱਖਾਂ ਬੰਦ ਕਰ ਲਈਆਂ, ਅੱਖਾਂ ਬੰਦ ਉੱਥੇ ਕੀਤੀਆਂ ਜਿੱਥੇ ਧਰਤੀ ਦੇ ਉੱਪਰ ਹੀਰੇ ਪਏ ਹੋਏ ਸਨ। ਹੀਰਿਆਂ ਦੇ ਕੋਲ ਜਾ ਕੇ ਵਿਚਾਰ ਬਣ ਗਈ, ਜੇ ਤੇ ਅੱਖਾਂ ਖੋਲ ਕੇ ਚੱਲਦਾ ਤੇ ਹੀਰੇ ਵੇਖ ਕੇ ਜੇਬ ਵਿੱਚ ਪਾ ਲੈਂਦਾ, ਪਰ ਕਰਮਾਂ ਵਿੱਚ ਨਹੀਂ ਸੀ। ਹੀਰਿਆਂ ਦੇ ਕੋਲ ਜਾ ਕੇ ਵਿਚਾਰ ਹੀ ਇਹ ਆ ਗਿਆ, ਅੰਨੇ ਕਿਵੇਂ ਤੁਰਦੇ ਨੇ, ਅੱਖਾਂ ਬੰਦ ਕੀਤੀਆਂ, ਹੀਰਿਆਂ ਦੇ ਉੱਪਰ ਤੁਰਿਆ ਜਾਂਦਾ, ਹੀਰੇ ਪੈਰ ਨੂੰ ਚੁੱਭਦੇ ਪਏ। ਤੇ ਆਪਣੇ ਮਨ ਵਿੱਚ ਸੋਚਦਾ ਹੈ, ਕਹਿਣ ਲੱਗਾ ਅੰਨਿਆਂ ਨੂੰ ਤੇ ਬੜੇ ਹੀ ਕੰਕਰ ਪੈਰਾਂ ਨੂੰ ਚੁੱਭਦੇ ਨੇ, ਪਰ ਅਸਲ ਵਿੱਚ ਕਾਰਨ ਇਹ ਹੈ ਵੀ ਆਪਣੇ ਕਰਮਾਂ ਵਿੱਚ ਹੀ ਉਹ ਧਨ ਨਹੀਂ, ਤੇ ਬਹਾਨਾ ਬਣ ਗਿਆ ਅੱਖਾਂ ਬੰਦ ਕਰਕੇ ਚੱਲਣ ਦਾ। ਭਾਵ ਇਹ ਹੈ, ਜਦੋਂ ਕੋਈ ਕੰਮ ਵਿਗੜਨਾ ਹੈ, ਉਦੋਂ ਜਿੰਨੀ ਮਰਜ਼ੀ ਸਿਆਣਪ ਕੋਲ ਹੋਵੇ, ਉਹ ਵਿਗੜ ਹੀ ਜਾਂਦਾ ਹੈ। ਜਦੋਂ ਕੋਈ ਕੰਮ ਬਣਨਾ ਹੈ, ਉਦੋਂ ਸਾਰੇ ਦਾ ਜਿਹੜੇ ਸਿੱਧੇ ਪੈਂਦੇ, ਆਪਣੇ ਆਪ ਹੀ ਸਿੱਧੇ ਪੈਂਦੇ ਜਾਂਦੇ, ਸਾਰੇ ਮਦਦਗਾਰ ਹੋ ਜਾਂਦੇ। ਜਦੋਂ ਕੋਈ ਕਾਰਜ ਬਣਨਾ ਹੈ, ਉਦੋਂ ਸਾਰੇ ਮਦਦ ਕਰਨ ਵਾਲੇ ਬਣ ਜਾਂਦੇ, ਆਪਣੇ ਆਪ ਹੀ ਮਦਦ ਹੁੰਦੀ ਜਾਂਦੀ, ਕੰਮ ਬਣਦਾ ਜਾਂਦਾ। ਕਿਉਂ? ਕਿਉਂਕਿ ਕੰਮ ਬਣਨਾ ਹੈ। ਜਦੋਂ ਵਿਗੜਨਾ ਉਦੋਂ ਵਿਗੜਨ ਦੀ ਸਾਰੀਆਂ ਚਾਲਾਂ ਸਿੱਧੀਆਂ ਹੋ ਜਾਂਦੀਆਂ। ਇਹ ਪੰਡਤ ਕਹਿ ਰਿਹਾ, ਕਹਿਣ ਲੱਗਾ ਜੀ ਮੈਨੂੰ ਥਾਂ ਵੇਖ ਕੇ ਲੱਗਦਾ ਵੀ ਮੇਰੇ ਸਾਰੇ ਪੈਤੜੇ ਸਿੱਧੇ ਪੈ ਰਹੇ ਨੇ, ਦਾ ਮੇਰੇ ਸਾਰੇ ਸਿੱਧੇ ਚੱਲਦੇ ਪਏ, ਮੈਨੂੰ ਲੱਗਦਾ ਵੀ ਮੈਂ ਦੇਵੀ ਪ੍ਰਗਟ ਕਰ ਲੈਣੀ ਹੈ। ਅਚਲ ਅਨਾਸੀ ਸੁਜਸ ਤੁਮਾਰਾ। ਤੇ ਇਸ ਤਰ੍ਹਾਂ ਇਹ ਜਿਹੜੀ ਦੇਵੀ ਹੈ, ਇਹ ਅਚਲ ਹੈ, ਨਾਸ਼ ਤੋਂ ਰਹਿਤ ਹੈ, ਅਤੇ ਸ੍ਰੇਸ਼ਟ ਇਸ ਦਾ ਜਸ ਹੈ। ਪਸਰਹਿ ਗੋ ਸਭ ਜਗਤ ਮਝਾਰਾ। ਇਹ ਸਾਰੀ ਦੁਨੀਆ ਵਿੱਚ ਇਹ ਜਸ ਮੇਰਾ ਫੈਲ ਜਾਣਾ। ਮਾਣ ਵਿੱਚ ਆ ਗਿਆ, ਵਡਿਆਈ ਵਿੱਚ ਆਇਆ ਹੋਇਆ, ਕਹਿਣ ਲੱਗਾ ਦੇਵੀ ਪ੍ਰਗਟ ਮੈਂ ਕਰ ਲੈਣੀ ਹੈ, ਦੁਨੀਆ ਦੇ ਵਿੱਚ ਮੇਰਾ ਨਾਮ ਬਣ ਜਾਏਗਾ ਵੀ ਕੇਸੋ ਦਾਸ ਨਾਮ ਦੇ ਬ੍ਰਾਹਮਣ ਨੇ ਦੇਵੀ ਪ੍ਰਗਟ ਕੀਤੀ ਹੈ। ਸ਼ਕਰ ਵਰਤ ਭੂਪਤ ਬਹੁ ਭਏ। ਇਹ ਕਹਿੰਦਾ ਪਿਆ, ਕਹਿੰਦਾ ਸਤਿਗੁਰੂ ਦੁਨੀਆ ਦੇ ਵਿੱਚ ਬੜੇ ਚੱਕਰਵਰਤੀ ਬਾਦਸ਼ਾਹ ਹੋਏ। ਚੱਕਰਵਰਤੀ ਕਿਹਾ ਜਾਂਦਾ ਹੈ ਵੱਡੇ ਬਾਦਸ਼ਾਹ ਨੂੰ, ਜਿਹਦਾ 4 ਚੱਕਾਂ ਦੇ ਵਿੱਚ ਨਾਮ ਹੋਵੇ।
ਪੂਰੇ ਦੇਸ਼ 'ਤੇ ਰਾਜ ਕਰਨ ਵਾਲਾ, ਜਿਵੇਂ ਅਕਬਰ ਬਾਦਸ਼ਾਹ, ਐਸੇ ਰਾਜਿਆਂ ਨੂੰ ਚੱਕਰਵਰਤੀ ਕਿਹਾ ਜਾਂਦਾ। ਕਹਿਣ ਲੱਗਾ ਮਹਾਰਾਜ ਇਸ ਧਰਤੀ 'ਤੇ ਬੜੇ ਬੜੇ ਚੱਕਰਵਰਤੀ ਰਾਜੇ ਹੋਏ, ਜਿਨ੍ਹਾਂ ਦਾ 4 ਚੱਕਾਂ ਤੱਕ ਰਾਜ ਚੱਲਦਾ, ਐਸੇ ਬੜੇ ਹੋਏ ਹਨ। ਧਰਤਾ ਸਰਵ ਸ਼ਕਤ ਉਪਜੈ। ਇਸ ਧਰਤੀ 'ਤੇ ਪੂਜੇ ਗਏ, ਸਾਰੀ ਧਰਤੀ ਉਹਨਾਂ ਨੂੰ ਪੂਜਦੀ ਹੈ, ਨਮਸਕਾਰਾਂ ਕਰਦੀ ਹੈ। ਰਾਜੇ ਇੱਕੋ ਜਿਹਾ ਨਹੀਂ ਹੁੰਦੇ, ਕੁਝ ਮਾੜੇ ਹੁੰਦੇ, ਲਾਹਨਤਾਂ ਹੀ ਲੈਂਦੇ, ਬਦਦੁਆਵਾਂ ਲੈਂਦੇ। ਕੁਝ ਰਾਜੇ ਐਸੇ ਵੀ ਹੋਏ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਲੋਕਾਂ ਨੇ ਪੂਜਿਆ ਹੈ। ਆਏ ਸਨ ਰਾਜੇ ਬਣ ਕੇ, ਕੰਮ ਚੰਗੇ ਇੰਨੇ ਕੀਤੇ ਕਿ ਦੁਨੀਆ ਨੇ ਉਹਨਾਂ ਨੂੰ ਭਗਵਾਨ ਕਹਿ ਦਿੱਤਾ, ਰਿਸ਼ੀ ਕਹਿ ਦਿੱਤਾ, ਦੇਵਤਾ ਕਹਿ ਦਿੱਤਾ। ਉਹ ਦੇਵਤੇ ਬਣ ਕੇ ਪ੍ਰਗਟ ਹੋਏ। ਇਹ ਕੇਸੋਦਾਸ ਕਹਿ ਰਿਹਾ ਮਹਾਰਾਜ ਦੁਨੀਆ ਤੇ ਰਾਜੇ ਤੇ ਬੜੇ ਬੜੇ ਵੱਡੇ ਹੋਏ ਹਨ, ਇਸ ਤੇ ਕਾਜ ਨ ਐਸੇ ਸਰਿਓ। ਪਰ ਕਿਸੇ ਵੀ ਰਾਜੇ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਤੁਸੀਂ ਕਰਨ ਲੱਗੇ ਹੋ। ਸਤਿਗੁਰੂ ਪਾਤਸ਼ਾਹ ਇਹ ਜਿਹੜਾ ਜੱਗ ਤੁਸੀਂ ਕਰਾਉਣ ਲੱਗੇ ਹੋ ਨਾ, ਦੇਵੀ ਪ੍ਰਗਟ ਕਰਨ ਦਾ, ਇਸ ਧਰਤੀ ਤੇ ਰਾਜੇ ਤੇ ਬੜੇ ਹੋਏ ਨੇ ਔਰ ਚੱਕਰਵਰਤੀ ਵੱਡੇ ਰਾਜੇ ਹੋਏ ਨੇ। ਉਹਨਾਂ ਦੀ ਮਹਿਮਾ ਤੇ ਬੜੀ ਸੀ, ਲੋਕ ਨਮਸਕਾਰਾਂ ਕਰਦੇ ਸਨ, ਬੜੀ ਜਸ ਤੇ ਸਲੋਤ ਕਰਦੇ ਸਨ। ਪਰ ਕਿਸੇ ਵੀ ਰਾਜੇ ਨੇ ਇਹੋ ਜਿਹਾ ਜੱਗ ਨਹੀਂ ਕਰਵਾਇਆ ਜਿਹੜਾ ਤੁਸੀਂ ਕਰਵਾਉਣ ਲੱਗੇ ਹੋ। ਇਹ ਸਾਰੀ ਸ਼ੋਭਾ ਤੁਹਾਨੂੰ ਮਿਲਣੀ ਹੈ। ਜਸ ਉਤਸ਼ਾਹ ਆਪਨੇ ਧਰਿਓ। ਮਹਾਰਾਜ ਤੁਹਾਡੇ ਵਿੱਚ ਬੜਾ ਉਤਸ਼ਾਹ ਹੈ, ਤੁਸੀਂ ਇੰਨੀ ਮਾਇਆ ਖਰਚਣ ਵਾਸਤੇ ਤਿਆਰ ਹੋ ਗਏ। 1.25 ਲੱਖ ਰੁਪਈਆ ਤੇ ਜਿਹਨੇ ਹਵਨ ਕਰਨਾ ਉਹਨੇ ਫੀਸ ਲੈ ਲਈ ਹੈ। ਇਹ ਕਿੰਨਾ ਸਮਾਨ ਆਇਆ, ਕਈ ਗੱਡੇ ਭਰ ਕੇ ਘਿਓ ਦੇ, ਬਦਾਮਾਂ ਦੇ, ਕਾਜੂਆਂ ਦੇ, ਛੁਹਾਰਿਆਂ ਦੇ, ਕੇਸਰ ਕਿੰਨਾ ਮਹਿੰਗਾ, ਚੰਦਨ ਕਿੰਨਾ ਮਹਿੰਗਾ, ਗੱਡਿਆਂ ਦੇ ਗੱਡੇ ਭਰ ਕੇ ਸਮਾਨ ਦੇ ਆਏ। ਕਿੰਨਾ ਰੁਪਈਆ, ਲੱਖਾਂ ਦੇ ਹਿਸਾਬ ਨਾਲ ਮਾਇਆ ਖਰਚੀ ਹੈ। ਇਹ ਕੇਸੋਦਾਸ ਪੰਡਤ ਕਹਿ ਰਿਹਾ ਮਹਾਰਾਜ ਰਾਜੇ ਤੇ ਬੜੇ ਹੋਏ, ਪਰ ਤੁਹਾਡੇ ਵਰਗਾ ਉਤਸ਼ਾਹ ਨਹੀਂ ਕਿਸੇ ਦੇ ਵਿੱਚ, ਤੁਹਾਡੇ ਵਰਗਾ ਇਹ ਕੰਮ ਕਿਸੇ ਨੇ ਨਹੀਂ ਕੀਤਾ ਹੈ। ਆਦ ਸ਼ਕਤ ਮਦ ਕੈਟਵ ਮਰਦਨ। ਸਤਿਗੁਰੂ ਪਾਤਸ਼ਾਹ ਜੀ ਇਹ ਜਿਹੜੀ ਸ਼ਕਤੀ ਮੈਂ ਪ੍ਰਗਟ ਕਰਨ ਲੱਗਾ ਹਾਂ, ਇਸ ਨੇ ਮਦ ਕੈਟਵ ਨਾਮ ਦੇ ਦੈਂਤ ਨੂੰ ਨਾਸ ਕੀਤਾ ਹੈ। ਮਦ ਕੈਟਵ ਨਾਮ ਦਾ ਇੱਕ ਦੈਂਤ ਹੋਇਆ ਪਹਿਲੇ ਸਮੇਂ ਵਿੱਚ। ਇਸ ਦੁਰਗਾ ਦੇਵੀ ਨੇ ਉਸ ਦੈਂਤ ਨੂੰ ਜੰਗ ਦੇ ਵਿੱਚ ਮਾਰਿਆ ਹੈ। ਰਕਤ ਬੀਜ ਸੰਭਾਦਕ ਅਰਦਨ। ਤੇ ਕਹਿਣ ਲੱਗੇ ਇੱਕ ਦੈਂਤ ਹੋਇਆ ਹੈ ਰਕਤ ਬੀਜ। ਚੰਡੀ ਦੀ ਵਾਰ ਵਿੱਚ ਇਹਦਾ ਜ਼ਿਕਰ ਕੀਤਾ ਮਹਾਰਾਜ ਨੇ। ਇਹਦਾ ਇਤਿਹਾਸ ਵੀ ਆਪਾਂ ਸਰਵਣ ਕੀਤਾ ਸੀ। ਇਹ ਦੈਂਤ ਇਹੋ ਜਿਹਾ, ਇਹਨੇ ਤਪ ਬੜਾ ਕਰਕੇ ਵਾਰੇ ਮੰਗਿਆ, ਜਦੋਂ ਮੇਰਾ ਖੂਨ ਦੀਆਂ ਬੂੰਦਾਂ ਧਰਤੀ 'ਤੇ ਡਿੱਗ ਜਾਣ, ਉਹਦੇ ਖੂਨ ਦੀਆਂ ਬੂੰਦਾਂ ਵਿੱਚੋਂ ਮੇਰੇ ਵਰਗੇ ਸਰੀਰ ਬਣ ਜਾਣ, ਤਾਂ ਇਹਨੂੰ ਕਿਹਾ ਜਾਂਦਾ ਸੀ ਰਕਤ ਬੀਜ। ਖੂਨ ਦਾ ਬੀਜ ਬੀਜਣ ਵਾਲਾ, ਆਪਣੇ ਖੂਨ ਤੋਂ ਆਪਣੇ ਵਰਗੇ ਹੋਰ ਬਣਾਉਣ ਵਾਲਾ। ਇਹੋ ਜਿਹੇ ਰਕਤ ਬੀਜ ਨਾਮ ਦੇ ਦੈਂਤ ਨੂੰ ਇਸ ਦੇਵੀ ਨੇ, ਦੁਰਗਾ ਨੇ ਮਾਰਿਆ। ਤੇ ਦੂਜਾ ਬਚਨ ਹੈ ਸੰਭਾਦਕ, ਤੋਂ ਭਾਵ ਹੁੰਦਾ ਸ਼ੁੰਭ ਤੇ ਨਿਸ਼ੁੰਭ। ਇਹ ਵੀ 2 ਰਾਜੇ ਹੋਏ, ਜਾਂ ਆਪਾਂ ਕਹਿ ਲਈਏ ਸੈਨਾਪਤੀ ਹੋਏ। ਇਹਨਾਂ ਨੂੰ ਵੀ ਇਸ ਦੇਵੀ ਨੇ ਮਾਰਿਆ ਹੈ, ਦੁਰਗਾ ਨੇ, ਸ਼ੁੰਭ ਤੇ ਨਿਸ਼ੁੰਭ ਨੂੰ। ਇਸੇ ਤਰ੍ਹਾਂ ਰਕਤ ਬੀਜ ਨੂੰ ਮਾਰਿਆ, ਇਸੇ ਤਰ੍ਹਾਂ ਮਦ ਕੈਟਵ ਨੂੰ ਮਾਰਿਆ, ਇਸੇ ਤਰ੍ਹਾਂ ਮੈਖਾਸੁਰ ਨੂੰ ਮਾਰਿਆ। ਮੈਖਾਸੁਰ ਦਾ ਨਾਮ ਦਾ ਜਿਹੜਾ ਦੈਂਤ ਹੈ ਨਾ, ਕਹਿਣ ਲੱਗੇ ਮੱਝ ਦੇ ਪੇਟ ਤੋਂ ਇਹ ਪੈਦਾ ਹੋਇਆ। ਇਸ ਦੈਂਤ ਦੀ ਜਿਹੜੀ ਮਾਂ ਹੈ ਉਹਨੂੰ ਸ਼ਰਾਪ ਮਿਲਿਆ ਹੋਇਆ ਕਿ ਜਿਸ ਵੇਲੇ ਦਿਨ ਦਾ ਸਮਾਂ ਹੋਵੇਗਾ ਉਸ ਵੇਲੇ ਇਹ ਮੱਝ ਬਣ ਜਾਂਦੀ ਹੈ, ਜਦੋਂ ਰਾਤ ਦਾ ਸਮਾਂ ਹੁੰਦਾ ਔਰਤ ਬਣ ਜਾਂਦੀ ਹੈ। ਐਸਾ ਇਸ ਨੂੰ ਕਿਸੇ ਕਾਰਨ ਕਰਕੇ ਸ਼ਰਾਪ ਮਿਲਿਆ ਹੋਇਆ। ਹਰ ਰੋਜ਼ ਸਰੂਪ ਬਦਲਦਾ, ਸਰੀਰ ਬਦਲਦਾ। ਦਿਨ ਵੇਲੇ ਪਸ਼ੂ, ਰਾਤ ਵੇਲੇ ਇਸਤਰੀ ਬਣ ਜਾਂਦੀ ਹੈ। ਐਸੀ ਔਰਤ ਤੋਂ ਜਿਹੜਾ ਪੈਦਾ ਹੋਇਆ ਬੱਚਾ, ਉਹਦਾ ਨਾਮ ਰੱਖਿਆ ਮੈਖਾਸੁਰ। ਮੈਖ ਕਹਿੰਦੇ ਮੈਖੀ, ਮੱਝ ਨੂੰ ਕਹਿੰਦੇ ਨੇ, ਮੱਝ ਦਾ ਪੁੱਤਰ ਮੈਖਾਸੁਰ। ਸੁਰ ਨਾਮ ਅਸੁਰ ਕਹਿੰਦੇ ਦੈਂਤ ਨੂੰ, ਮੈਖੀ ਦਾ ਪੁੱਤਰ, ਮੱਝ ਦਾ ਪੁੱਤਰ ਦੈਂਤ। ਇਸ ਤਰ੍ਹਾਂ ਇਹਦਾ ਜਨਮ ਲਿਖਿਆ। ਔਰ ਇਸ ਦੈਂਤ ਨੇ ਬਹੁਤ ਲੰਮਾ ਤਪ ਕੀਤਾ। ਜਦੋਂ ਤਪ ਕਰਕੇ ਵਰ ਮੰਗਣ ਦੀ ਗੱਲ ਆਈ ਨਾ, ਤੇ ਦੇਵਤੇ ਪ੍ਰਗਟ ਹੋਏ, ਕਹਿਣ ਲੱਗੇ ਮੰਗ ਕੀ ਚਾਹੀਦਾ।
ਇਹਨੇ ਵਾਰੇ ਮੰਗਿਆ ਵੀ ਮੈਂ ਮਰਾਂ ਨਾ, ਮੈਨੂੰ ਮੌਤ ਨਾ ਆਵੇ। ਤੇ ਜਿਹੜਾ ਦੇਵਤਾ ਵਰ ਦੇਣ ਵਾਸਤੇ ਆਇਆ ਉਹਨੇ ਨਾ ਕਰ ਦਿੱਤੀ, ਕਹਿਣ ਲੱਗਾ ਵੀ ਇਹ ਤੇ ਵਰ ਨਹੀਂ ਮਿਲ ਸਕਦਾ, ਨਾ ਮਰਾਂ ਇਹ ਨਹੀਂ ਹੋ ਸਕਦਾ, ਤੂੰ ਕੋਈ ਹੋਰ ਵਰ ਮੰਗ ਲਾ ਜਿਹਦੇ ਕਰਕੇ ਤੂੰ ਸਮਝੇ ਵੀ ਮੇਰੀ ਮੌਤ ਹੋ ਨਹੀਂ ਸਕਦੀ ਹੈ। ਫਿਰ ਇਸ ਨੇ ਸੋਚਿਆ, ਕਹਿਣ ਲੱਗਾ ਵੀ ਜਿਹੜੀ ਔਰਤ ਹੈ ਨਾ ਇਹ ਬੜੀ ਕਮਜ਼ੋਰ ਹੈ, ਔਰਤ ਮੈਨੂੰ ਨਹੀਂ ਮਾਰ ਸਕਦੀ। ਕਹਿਣ ਲੱਗਾ ਵੀ ਫਿਰ 84 ਲੱਖ ਜੂਨਾਂ ਵਿੱਚੋਂ ਮੈਨੂੰ ਕੋਈ ਮਾਰ ਨਾ ਸਕੇ, ਜੇ ਮੇਰੀ ਮੌਤ ਹੋਵੇ ਤੇ ਇਸਤਰੀ ਦੇ ਹੱਥੋਂ ਹੋਵੇ। ਇਹਦੇ ਮਨ ਵਿੱਚ ਇਹ ਮਾਣ ਸੀ ਵੀ ਮੈਂ ਬੜਾ ਵੱਡਾ ਪਹਿਲਵਾਨ ਹਾਂ, ਮੇਰੇ ਵਿੱਚ ਬੜੀ ਤਾਕਤ ਹੈ, ਮੇਰੇ ਅੱਗੇ ਤੇ ਦੇਵਤੇ ਭੱਜ ਜਾਂਦੇ, ਵੱਡੇ ਵੱਡੇ ਪਹਿਲਵਾਨ ਭੱਜ ਜਾਂਦੇ, ਵੱਡੇ ਵੱਡੇ ਰਾਜੇ ਦੌੜ ਜਾਂਦੇ, ਇੱਕ ਕਮਜ਼ੋਰ ਜੀ ਇਸਤਰੀ ਮੈਨੂੰ ਕਿਵੇਂ ਮਾਰ ਸਕਦੀ ਹੈ, ਮੈਂ ਤੇ ਪੈਰਾਂ ਥੱਲੇ ਕੁਚਲ ਦਿਆਂਗਾ ਜੇ ਕੋਈ ਮਾਰੇਗੀ ਵੀ। ਐਸਾ ਮਾਣ ਸੀ ਇਹਦੇ ਮਨ ਵਿੱਚ ਵੀ ਔਰਤ ਮੈਨੂੰ ਮਾਰ ਨਹੀਂ ਸਕਦੀ। ਇਹਨੇ ਵਰ ਵਿੱਚ ਇਹ ਮੰਗ ਲਿਆ ਮੇਰੀ ਮੌਤ ਨਾ ਹੋਵੇ, ਜੇ ਮੌਤ ਹੋਵੇ ਤੇ ਇਸਤਰੀ ਦੇ ਹੱਥੋਂ ਹੋਵੇ, ਹੋਰ ਨਾ ਮੈਨੂੰ ਕੋਈ ਮਾਰੇ। ਜਿਹੜਾ ਦੇਵਤਾ ਸੀ ਉਹਨੇ ਫਿਰ ਵਰ ਦੇ ਦਿੱਤਾ, ਕਹਿਣ ਲੱਗੇ ਠੀਕ ਹੈ, 84 ਲੱਖ ਜੂਨਾਂ ਵਿੱਚੋਂ ਇੱਕ ਔਰਤ ਹੀ ਤੈਨੂੰ ਮਾਰੇਗੀ, ਉਹਦੇ ਤੋਂ ਬਿਨਾਂ ਤੇਰੀ ਮੌਤ ਕੋਈ ਕਰ ਨਹੀਂ ਸਕੇਗਾ। ਜਦੋਂ ਫਿਰ ਇਹਨੇ ਵਰ ਲੈ ਲਿਆ ਨਾ, ਫਿਰ ਇਹਨੇ ਬੜੇ ਬੜੇ ਰਾਜਿਆਂ ਨਾਲ ਜੰਗ ਕੀਤਾ, ਇੰਦਰ ਦੇ ਨਾਲ ਜੰਗ ਕੀਤਾ, ਵੱਡੇ ਵੱਡੇ ਦੇਵਤੇ ਭੱਜ ਗਏ, ਕਿਉਂਕਿ ਵਾਰੇ ਮਿਲਿਆ ਵੀ ਮੌਤ ਇਸਤਰੀ ਕੋਲੋਂ ਹੋਣੀ ਹੈ, ਇਸਤਰੀ ਕੋਈ ਹੈ ਨਹੀਂ ਹੈ ਇਹਦੇ ਨਾਲ ਲੜਨ ਵਾਲੀ। ਸਾਰੀਆਂ ਥਾਵਾਂ ਤੇ ਰਾਜ ਭਾਗ ਇਹਨੇ ਕਾਇਮ ਕਰ ਲਿਆ। ਤੇ ਬਚਨ ਆਪਾਂ ਪੜ੍ਹਦੇ ਹਾਂ ਨਾ, ਇੱਕ ਦਿਹਾੜੇ ਨਹਾਵਣ ਆਈ ਦੁਰਗਸ਼ਾ, ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ, ਸ਼ੀਨ ਲਈ ਠੁਕਰਾਈ ਸਾਤੇ ਦਾਨਵੀ, ਦਿੱਤੇ ਦੇਵ ਭਜਾਈ ਸਭਨਾ ਰਾਖਸ਼ਾਂ, ਕਿਸੇ ਨਾ ਜਿੱਤਾ ਜਾਈ ਮਹਿਖੇ ਦੈਂਤ ਨੂੰ। 10ਵੇਂ ਪਾਤਸ਼ਾਹ ਦੀ ਬਾਣੀ ਨੂੰ ਲੋਕ ਕਿੰਤੂ ਪਰੰਤੂ ਬਹੁਤ ਕਰਦੇ, ਪਰ ਉਹਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ, ਕਹਿਣ ਲੱਗੇ ਜਦੋਂ ਦੁਰਗਾ ਕਿਤੇ ਇਸ਼ਨਾਨ ਕਰਨ ਵਾਸਤੇ ਪਹਾੜਾਂ 'ਤੇ ਗਈ ਕਿਸੇ ਝਰਨੇ ਦੇ ਥੱਲੇ, ਉੱਥੇ ਫਿਰ ਇੰਦਰ ਨੇ ਦੇਵਤਿਆਂ ਦੇ ਨਾਲ ਜਾ ਕੇ ਬੇਨਤੀ ਕੀਤੀ, ਕਹਿਣ ਲੱਗੇ ਜੀ ਇੱਕ ਬੜਾ ਵੱਡਾ ਦੈਂਤ ਪੈਦਾ ਹੋ ਗਿਆ, ਉਹਨੇ ਵੱਡੇ ਵੱਡੇ ਦੇਵਤੇ ਰਾਜੇ ਜਿੱਤ ਲਏ ਨੇ, ਉਹਨੂੰ ਕੋਈ ਜਿੱਤ ਨਹੀਂ ਸਕਿਆ, ਸਾਡੇ 'ਤੇ ਕਿਰਪਾ ਕਰੋ, ਸਾਡੀ ਮਦਦ ਕਰੋ। ਉਹਨੂੰ ਵਰ ਮਿਲਿਆ ਵੀ ਉਹਦੀ ਮੌਤ ਔਰਤ ਦੇ ਹੱਥੋਂ ਹੋਣੀ ਹੈ, ਤੇ ਤੁਸੀਂ ਵੀ ਔਰਤ ਹੋ, ਸਾਡੇ ਵਾਸਤੇ ਆਓ, ਉਹਦਾ ਸੰਘਾਰ ਕਰੋ। ਦੁਰਗਾ ਬੈਣ ਸੁਨੰਦੀ ਹੱਸੀ ਹੜ ਹੜਾਏ। ਜਦੋਂ ਦੁਰਗਾ ਦੇਵੀ ਨੇ ਇਹ ਗੱਲ ਸੁਣੀ ਨਾ ਇੰਦਰ ਦੇ ਕੋਲੋਂ, ਬੜਾ ਖਿੜਖੜਾ ਕੇ ਉੱਚੀ ਆਵਾਜ਼ ਵਿੱਚ ਹੱਸੀ। ਉਹੀ ਸਿਓ ਮੰਗਾਇਆ ਰਾਖਸ ਪਖਣਾ, ਚਿੰਤਾ ਕਰੋ ਨਾ ਕਾਈ ਦੇਵਾ ਨੂੰ ਆਖਿਆ। ਫਿਰ ਦੁਰਗਾ ਨੇ ਆਖਿਆ, ਕਹਿਣ ਲੱਗੇ ਇੰਦਰ ਚਿੰਤਾ ਨਾ ਕਰ। ਫਿਰ ਆਪਣਾ ਸ਼ੇਰ ਮੰਗਾਇਆ, ਸ਼ੇਰ ਦੀ ਸਵਾਰੀ ਕੀਤੀ, ਦੇਵਤਿਆਂ ਨੂੰ ਆਖਿਆ ਬੇਫਿਕਰ ਹੋ ਕੇ ਸੌਂ ਜਾਓ, ਮੈਂ ਆਪੇ ਇਹਦਾ ਅੰਤ ਕਰਾਂਗੀ। ਫਿਰ ਉਹ ਦੇਵੀ ਜਿਹੜੀ ਹੈ ਪਹਾੜ ਤੋਂ ਥੱਲੇ ਆਈ, ਫਿਰ ਉਹਨੇ ਇਸ ਦੈਂਤ ਦੇ ਨਾਲ ਜੰਗ ਕੀਤਾ, ਜੰਗ ਕਰਕੇ ਫਿਰ ਇਹਦੀ ਛਾਤੀ ਦੇ ਵਿੱਚ ਤਰਸੂਲ ਮਾਰ ਕੇ, ਤਲਵਾਰ ਮਾਰ ਕੇ ਜਾਂ ਕੋਈ ਵੀ ਸ਼ਸਤਰ ਮਾਰ ਕੇ ਇਹਦਾ ਅੰਤ ਕੀਤਾ ਸੀ ਮੈਖਾਸੁਰ ਦਾ। ਇਸ ਦਾ ਨਾਮ ਸੀ ਮੈਖਾਸੁਰ। ਇਹਦੀ ਮਾਂ ਦਿਨ ਵੇਲੇ ਪਸ਼ੂ ਬਣ ਜਾਂਦੀ, ਮੱਝ ਬਣ ਜਾਂਦੀ ਹੈ, ਭੈਂਸ ਬਣ ਜਾਂਦੀ ਹੈ, ਰਾਤ ਨੂੰ ਔਰਤ ਬਣ ਜਾਂਦੀ ਹੈ। ਐਸੀ ਔਰਤ ਦੇ ਨਾਲ ਇਹਦੇ ਪਿਤਾ ਨੇ ਵਿਆਹ ਕਰਵਾਇਆ ਸੀ। ਇਹਦਾ ਵੀ ਬੜਾ ਲੰਮਾ ਚੌੜਾ ਇਹਦੇ ਪਿਤਾ ਦਾ ਵੀ ਇਤਿਹਾਸ ਹੈ, ਬੜੀ ਲੰਬੇਰੀ ਸਾਖੀ ਜਿਹੜੀ ਹੈ ਸ਼ਾਸਤਰਾਂ ਵਿੱਚ ਲਿਖੀ ਹੈ, ਉਹ ਆਪਣੇ ਕੋਲ ਸਮਾਂ ਨਹੀਂ ਹੈ ਇਸ ਵੇਲੇ ਸਰਵਣ ਕਰਨ ਦਾ। ਐਸਾ ਦੈਂਤ ਪੈਦਾ ਹੋਇਆ ਜਿਸ ਦੈਂਤ ਨੇ ਫਿਰ ਤਰਥੱਲੀ ਮਚਾ ਦਿੱਤੀ, ਤੇ ਦੁਰਗਾ ਨੇ ਫਿਰ ਪ੍ਰਗਟ ਹੋ ਕੇ ਉਹਨੂੰ ਮਾਰਿਆ। ਇਹ ਪੰਡਤ ਉਸਤਤ ਦੱਸਦਾ ਪਿਆ ਵੀ ਜਿਹੜੀ ਦੇਵੀ ਮੈਂ ਪ੍ਰਗਟ ਕਰਨ ਲੱਗਾ, ਉਹਨੇ ਐਸੇ ਐਸੇ ਦੈਂਤ ਮਾਰੇ ਹਨ। ਵਿਸ਼ੈ ਵਿਲੋਚਨ ਕੇ ਸੋ ਕਰਨੀ, ਕਹਿਣ ਲੱਗੇ ਉਹ ਜਿਹੜੀ ਦੇਵੀ ਹੈ ਉਸ ਨੂੰ ਪ੍ਰਗਟ ਕਰਨਾ ਬਹੁਤ ਔਖਾ ਹੈ। ਕੌਣ ਸਕੈ ਕਰ ਐਸੀ ਕਰਨੀ, ਕਿਹੜਾ ਹੈ ਜਿਹੜਾ ਇਹੋ ਜਿਹੀ ਕਰਨੀ ਕਰ ਲਵੇ, ਐਸੀ ਦੇਵੀ ਨੂੰ ਪ੍ਰਗਟ ਕਰੇ, ਕੋਈ ਨਹੀਂ, ਮੈਂ ਹੀ ਕਰ ਸਕਦਾ। ਇਹ ਪੰਡਤ ਕੇਸੋ ਦਾਸ ਇਹੋ ਜਿਹਾ ਬਚਨ ਕਰਦਾ। ਇਹ ਜੱਗ ਕਿਵੇਂ ਆਰੰਭ ਕਰਦਾ, ਕਿਹੜੇ ਕਿਹੜੇ ਮੰਤਰ ਪੜ੍ਹਦਾ, ਦੇਵੀ ਪ੍ਰਗਟ ਕਰੇਗਾ ਕਿ ਨਹੀਂ, ਕਿਵੇਂ ਦੌੜੇਗਾ, ਅਗਲੇ ਇਤਿਹਾਸ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮੁਆਫੀ, ਲੇਖਾ ਕਤਹਿ ਨਾ ਛੁਟੀਐ, ਬਖਸ਼ਣਹਾਰ ਬਖਸ਼ ਲੈ।